ਵਾਹਿਗੁਰੂ ਸਾਹਿਬ ਜੀਓ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਬੇਸ਼ੁਮਾਰ ਅਥਾਹ ਅਗਨਤ ਅਤੁਲ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਬਰ ਮੰਝ ਕਮਾਨ ਏ ਸਬਰ ਕਾ ਨੀਹਣੋ। ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ। ਸਬਰ ਅੰਦਰ ਸਾਬਰੀ ਤਨ ਏਵੈ ਜਾਲੇਨ। ਹੋਨ ਨਜੀਕ ਖੁਦਾਏ ਦੈ ਭੇਤ ਨਾ ਕਿਸੈ ਦੇਨ। ਸਬਰ ਮੰਝ ਕਮਾਨ ਏ ਸਬਰ ਕਾ ਨੀਹਣੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ। ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਪਾਵਨ 10 ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਪੰਜਵੇਂ ਸਰੂਪ ਦੇ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ੍ਰੀ ਮੁਖ ਵਾਕ ਬਾਣੀ ਦੇ ਨਾਲ 15 ਉਹਨਾਂ ਮਹਾਂਪੁਰਖਾਂ ਦੀ ਬਾਣੀ ਵੀ ਦਰਜ ਕੀਤੀ ਜਿਹੜੇ ਭਗਤੀ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਾ ਮਿਲੇ ਸਨ। ਉਹ ਭਗਤ ਚਾਹੇ ਕਿਸੇ ਜਾਤ ਪਾਤ ਨਾਲ ਕਿਸੇ ਫਿਰਕੇ ਮਜ਼ਹਬ ਦੇ ਨਾਲ ਸੰਬੰਧ ਰੱਖਦੇ ਸਨ। ਇਹਦਾ ਕੋਈ ਫਰਕ ਨਹੀਂ ਸਮਝਿਆ, ਇਹਦਾ ਕੋਈ ਵਿਤਕਰਾ ਨਹੀਂ ਕੀਤਾ। ਜਿਹੜੇ ਆਪਣੀ ਮੰਜ਼ਿਲ 'ਤੇ ਪਹੁੰਚ ਗਏ ਉਹਨਾਂ ਦੀ ਬਾਣੀ ਨੂੰ ਗੁਰੂ ਮਹਾਰਾਜ ਨੇ ਆਪਣੀ ਬਾਣੀ ਵਿੱਚ ਬਰਾਬਰ ਦਾ ਸਾਨ ਅਤੇ ਸਨਮਾਨ ਬਖਸ਼ਿਸ਼ ਕੀਤਾ ਹੈ। ਬਾਬਾ ਫਰੀਦ ਜੀ ਸੂਫੀ ਸੰਤ ਸਨ। ਉਹਨਾਂ ਨੇ ਪਾਵਨ ਬਾਣੀ ਉਚਾਰਨ ਕੀਤੀ। ਉਸ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। 114 ਸ਼ਲੋਕਾਂ ਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕਰ ਲਈ ਹੈ। ਹੁਣ ਰਹਿੰਦੇ ਸ਼ਲੋਕਾਂ ਦੀ ਕਥਾ ਵਿਚਾਰ ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਬਰ ਮੰਝ ਕਮਾਣ ਏ ਸਬਰ ਕਾ ਨੀਹਣੋ। ਬਾਬਾ ਫਰੀਦ ਜੀ ਫਰਮਾਉਂਦੇ ਹਨ ਜਿਹੜਾ ਫਕੀਰ ਹੁੰਦਾ ਹੈ ਉਹਦੇ ਵਿੱਚ ਸਬਰ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ।
ਸਬਰ ਦਾ ਅਰਥ ਹੈ ਸੰਤੋਖ। ਬਿਨਾ ਸੰਤੋਖ ਨਹੀਂ ਕੂ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਸੰਤੋਖ ਤੋਂ ਬਿਨਾ ਮਨ ਨੂੰ ਤ੍ਰਿਪਤੀ ਨਹੀਂ ਹਾਸਲ ਹੁੰਦੀ। ਜੇ ਮਨ ਰੱਜਿਆ ਨਹੀਂ, ਉਹ ਭਜਨ ਨਹੀਂ ਕਰ ਸਕਦਾ, ਬੰਦਗੀ ਨਹੀਂ ਕਰ ਸਕਦਾ, ਭਗਤੀ ਨਹੀਂ ਕਰ ਸਕਦਾ। ਇਸੇ ਲਈ ਬਾਬਾ ਫਰੀਦ ਜੀ ਫਰਮਾਉਂਦੇ ਹਨ, ਸਬਰ ਮੰਝ ਕਮਾਣ, ਇਹ ਸਬਰ ਕਾ ਨਿਹਣ। ਮੰਝ ਤੋਂ ਭਾਵ ਹੈ ਸਾਡੇ ਅੰਦਰ ਸਬਰ ਦੀ ਕਮਾਣ ਹੋਣੀ ਚਾਹੀਦੀ ਹੈ, ਅਤੇ ਨਾਲ ਹੀ ਇਹ ਸਬਰ ਕਾ ਨਿਹਣ, ਇਸੇ ਸਬਰ ਦਾ ਨਿਹਣੋਂ ਦਾ ਅਰਥ ਹੈ ਚਿੱਲਾ ਵੀ ਹੋਣਾ ਚਾਹੀਦਾ। ਜਿਵੇਂ ਧਨਖ ਦੇ ਉੱਪਰ ਚਿੱਲਾ ਵੀ ਬਣਾਇਆ ਹੁੰਦਾ, ਉਸ ਚਿੱਲੇ ਦੇ ਉੱਤੇ ਤੀਰ ਚੜਾਇਆ ਜਾਂਦਾ ਹੈ, ਫਿਰ ਉਸ ਤੀਰ ਨੂੰ ਖਿੱਚ ਕੇ ਚਲਾਇਆ ਜਾਂਦਾ ਸੀ। ਲੋ ਬਾਬਾ ਫਰੀਦ ਜੀ ਫਰਮਾਉਂਦੇ ਹਨ, ਸਾਡੇ ਅੰਦਰ ਸਬਰ ਦੀ ਕਮਾਣ ਹੋਵੇ ਅਤੇ ਇਸੇ ਸਬਰ ਦਾ ਨਿਹਣੋਂ ਚਿੱਲਾ ਵੀ ਹੋਣਾ ਚਾਹੀਦਾ ਹੈ। ਸਬਰ ਸੰਦਾ ਬਾਣ, ਖਾਲਕ ਖਤਾ ਨਾ ਕਰੀ। ਬਾਬਾ ਫਰੀਦ ਜੀ ਕਹਿੰਦੇ ਨੇ, ਫਿਰ ਸਬਰ ਦਾ ਹੀ ਬਾਣ ਤੀਰ ਹੋਣਾ ਚਾਹੀਦਾ, ਸੰਤੋਖ ਦਾ ਹੀ ਤੀਰ ਹੋਣਾ ਚਾਹੀਦਾ। ਖਾਲਕ ਖਤਾ ਨਾ ਕਰੀ, ਫਿਰ ਉਹ ਖਾਲਕ ਜੋ ਖਲਕਤ ਦਾ ਮਾਲਕ ਅਕਾਲ ਪੁਰਖ ਹੈ, ਖਤਾ ਨਾ ਕਰੀ, ਫਿਰ ਉਹ ਕੋਈ ਨਿਸ਼ਾਨੇ ਨੂੰ ਖੁੰਝਣ ਨਹੀਂ ਦੇਵੇਗਾ। ਉਹ ਤੁਹਾਡੇ ਕੋਲੋਂ ਕੋਈ ਗਲਤੀ ਨਹੀਂ ਹੋਣ ਦੇਵੇਗਾ, ਕੋਈ ਤੁਹਾਡੇ ਕੋਲੋਂ ਬੇਅਦਬੀ ਵਾਲੀ ਗੱਲ ਨਹੀਂ ਹੋਣ ਦੇਵੇਗਾ। ਖਾਲਕ ਖਤਾ ਨਾ ਕਰੀ, ਖਤਾ ਤੋਂ ਭਾਵ ਹੈ ਗਲਤੀ, ਤਕਸੀਰ, ਕੋਈ ਭੁੱਲ ਚੁੱਕ ਹੋ ਜਾਣੀ। ਲੋ ਬਾਬਾ ਫਰੀਦ ਜੀ ਕਹਿੰਦੇ ਨੇ, ਜਿਸ ਬੰਦੇ ਨੇ ਸਬਰ ਦੀ ਕਮਾਣ ਬਣਾ ਲਈ ਅਤੇ ਸਬਰ ਦਾ ਹੀ ਚਿੱਲਾ ਬਣਾ ਲਿਆ, ਸਬਰ ਦਾ ਹੀ ਤੀਰ ਛੱਡਿਆ ਹੈ, ਅਤੇ ਫਿਰ ਉਹ ਆਪਣੇ ਜੀਵਨ ਦੇ ਸਹੀ ਨਿਸ਼ਾਨੇ 'ਤੇ ਪਹੁੰਚ ਜਾਂਦਾ ਹੈ। ਉਹਦੇ ਜੀਵਨ ਪੰਧ ਵਿੱਚ ਕੋਈ ਗਲਤੀ ਨਹੀਂ ਹੁੰਦੀ। ਵਾਹਿਗੁਰੂ ਆਪ ਹੀ ਕਿਰਪਾ ਕਰਕੇ ਸੰਤੋਖੀ ਪੁਰਸ਼ ਨੂੰ ਮੰਜ਼ਿਲ 'ਤੇ ਅਪੜਾ ਦਿੰਦਾ। ਇਸੇ ਸ਼ਲੋਕ ਦੇ ਅੰਦਰ ਸਬਰ ਦੀ ਕਮਾਣ, ਸਬਰ ਦਾ ਚਿੱਲਾ ਅਤੇ ਸਬਰ ਦਾ ਹੀ ਤੀਰ ਬਣਾਇਆ ਗਿਆ ਹੈ। ਸੱਚਖੰਡ ਵਾਸੀ ਮਹਾਂਪੁਰਖ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦੇ ਉੱਤਰਾਧਿਕਾਰੀ ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਂ ਵਾਲੇ, ਦਮਦਮੀ ਟਕਸਾਲ ਦੇ ਸੰਪਰਦਾਇ ਪਿੰਡਰਾਂ ਦੇ ਹੋਰ ਮਹਾਂਪੁਰਖ ਗੁਣੀ ਗਿਆਨੀ ਇਸ ਸ਼ਲੋਕ ਦਾ ਅਰਥ ਇਉਂ ਵੀ ਕਰਦੇ ਸਨ, ਸਬਰ ਮੰਝ ਕਮਾਣ। ਜਿਹੜਾ ਹਿਰਦੇ ਵਿੱਚ ਸਬਰ ਸੰਤੋਖ ਦੀ ਭਾਵਨਾ ਨੂੰ ਪੈਦਾ ਕਰਨਾ ਹੈ, ਇਹ ਤੇ ਕਮਾਣ ਹੈ। ਅਤੇ ਸਰੀਰ ਕਰਕੇ ਜਿਹੜਾ ਸਬਰ ਧਾਰਨ ਕਰਨਾ ਹੈ, ਇਹ ਇਸ ਤਨਖ ਦਾ ਚਿੱਲਾ ਹੈ। ਸਬਰ ਸੰਦਾ ਬਾਣ, ਅਤੇ ਜਿਹੜਾ ਬਾਣੀ ਦੁਆਰਾ ਸਬਰ ਧਾਰਨ ਕਰਨਾ ਹੈ, ਇਹ ਮਾਨੋ ਤੀਰ ਹੈ। ਭਾਵ ਜਿਹਦੇ ਹਿਰਦੇ ਵਿੱਚ ਸਬਰ ਹੁੰਦਾ ਹੈ ਅਤੇ ਸਰੀਰ ਕਰਕੇ ਵੀ ਸਬਰ ਸ਼ੁਕਰ ਦੇ ਵਿੱਚ ਰਹਿੰਦਾ ਹੈ, ਅਤੇ ਫਿਰ ਉਹਦੇ ਮੂੰਹੋਂ ਜਦੋਂ ਕੋਈ ਸ਼ਬਦ ਦਾ, ਬਾਣੀ ਦਾ ਤੀਰ ਨਿਕਲਦਾ ਹੈ, ਉਹਦਾ ਨਿਸ਼ਾਨਾ ਕਦੀ ਉਕਦਾ ਨਹੀਂ ਹੈ। ਖਾਲਕ ਖਤਾ ਨਾ ਕਰੀ, ਸਾਧ ਬਚਨ ਅਟਲਾਦਾ, ਸਾਧੂ ਬੋਲੇ ਸਹਿਜ ਸੁਭਾਏ, ਸਾਧਕਾ ਬੋਲਿਆ ਬਿਰਥਾ ਨਾ ਜਾਏ। ਉਹਨਾਂ ਦੇ ਬਚਨ ਪੂਰੇ ਹੁੰਦੇ ਨੇ, ਅਤੇ ਵਾਹਿਗੁਰੂ ਉਹਨਾਂ ਦੇ ਬਚਨਾਂ ਨੂੰ, ਬਚਨਾਂ ਦੇ ਤੀਰ ਨੂੰ ਨਿਸ਼ਾਨੇ ਤੋਂ ਖੁੰਝਣ ਨਹੀਂ ਦਿੰਦਾ। ਸਬਰ ਅੰਦਰ ਸਾਬਰੀ, ਤਨ ਏਵੈ ਜਾਲੇਨ। ਲੋ ਬਾਬਾ ਫਰੀਦ ਜੀ ਫਿਰ ਅਗਲਾ ਸ਼ਲੋਕ ਵੀ ਸਬਰ ਦੇ ਸੰਬੰਧਿਤ ਉਚਾਰਨ ਕਰਦੇ ਹਨ। ਸਾਬਰੀ ਤੋਂ ਭਾਵ ਹੈ ਸਬਰ ਵਾਲਾ। ਜਿਹੜਾ ਸੰਤੋਖੀ ਪੁਰਸ਼ ਹੈ, ਗੁਰਮੁਖ ਬੰਦਾ ਹੈ, ਸਬਰ ਅੰਦਰ, ਉਹ ਸਬਰ ਦੀ ਅੱਗ ਦੇ ਵਿੱਚ
ਸਬਰ ਵੀ ਇੱਕ ਅੱਗ ਹੈ। ਭੁੱਖਾ ਰਹਿਣਾ, ਸੰਤੋਖ ਰੱਖਣਾ, ਇਹਦੇ ਨਾਲ ਸਾਡੇ ਸਰੀਰ ਦਾ ਬਲ ਘਟਦਾ। ਇਸੇ ਲਈ ਬਾਬਾ ਫਰੀਦ ਜੀ ਫਰਮਾਉਂਦੇ ਨੇ, ਸਬਰ ਅੰਦਰ ਸਾਬਰੀ। ਜਦੋਂ ਸਾਬਰੀ, ਸਬਰ ਵਾਲਾ, ਸੰਤੋਖੀ ਬੰਦਾ ਸਬਰ ਦੀ ਅੱਗ ਦੇ ਵਿੱਚ ਸੜਦਾ ਹੈ, ਤਨ ਏਵੈ ਜਾਲੇਨ, ਉਹ ਆਪਣੇ ਤਨ ਨੂੰ ਇਸੇ ਤਰ੍ਹਾਂ ਹੀ ਸਬਰ ਤੇ ਸੰਤੋਖ ਦੀ ਅੱਗ ਦੇ ਵਿੱਚ ਸਾੜ ਲੈਂਦਾ ਹੈ। ਹੋਨ ਨਜੀਕ ਖੁਦਾਏ ਦੈ, ਭੇਤ ਨਾ ਕਿਸੈ ਦੇਨ। ਸੰਤੋਖੀ ਬੰਦਾ ਸਬਰ ਦੇ ਵਿੱਚ ਰਹਿ ਕੇ ਭਗਤੀ ਕਰਦਾ ਹੈ ਤੇ ਆਪਣੇ ਸਰੀਰ ਦੇ ਲਹੂ ਨੂੰ ਸੁਕਾ ਦਿੰਦਾ ਹੈ ਤੇ ਫਿਰ ਉਹ ਰੱਬ ਦੇ ਨੇੜੇ ਪਹੁੰਚ ਜਾਂਦਾ ਹੈ। ਹੁਣ ਨਜ਼ਦੀਕ ਖੁਦਾਏ ਦਾ, ਬਾਬਾ ਫਰੀਦ ਜੀ ਕਹਿੰਦੇ ਨੇ, ਜਿਹੜੇ ਰੱਬ ਦੇ ਨਜ਼ਦੀਕ ਪਹੁੰਚ ਜਾਂਦੇ ਨੇ, ਭਾਵ ਪਰਮੇਸ਼ਰ ਦੇ ਪਿਆਰੇ, ਸਬਰ ਸ਼ੁਕਰ ਦੀ ਭਾਵਨਾ ਨੂੰ ਧਾਰਨ ਕਰਕੇ ਦਿਨ ਰਾਤ ਵਾਹਿਗੁਰੂ ਦੀ ਬੰਦਗੀ ਕਰਕੇ ਜਦੋਂ ਉਸ ਵਾਹਿਗੁਰੂ ਦੇ ਨੇੜੇ ਪਹੁੰਚ ਜਾਂਦੇ ਹਨ, ਭੇਤ ਨਾ ਕਿਸੈ ਦੇਣ, ਫਿਰ ਉਹ ਆਪਣਾ ਅੰਦਰਲਾ ਭੇਤ ਕਿਸੇ ਨੂੰ ਨਹੀਂ ਦੱਸਦੇ। ਕਿਉਂ? ਉਹਨਾਂ ਦੀ ਅਵਸਥਾ ਇਹ ਬਣ ਜਾਂਦੀ ਹੈ, ਜਿਨ ਹਰ ਪਾਇਆ ਤਿਨ ਹੈ ਛਪਾਇਆ। ਜੇ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ, ਫਿਰ ਉਹ ਆਪਣੇ ਆਪ ਨੂੰ ਛੁਪਾ ਕੇ ਰੱਖਦੇ ਨੇ, ਦੱਸਦੇ ਨਹੀਂ। ਤੇ ਜਿਹੜੇ ਪਖੰਡੀ ਲੋਕ ਨੇ, ਕਹੋ ਕਬੀਰ ਸ਼ੂਸ਼ਾ ਕੱਟ ਬੋਲੇ, ਭਰਿਆ ਹੋਏ ਸੋ ਕਬਹੁ ਨਾ ਡੋਲੇ, ਉਹ ਫੜਾਂ ਮਾਰਦੇ ਰਹਿੰਦੇ ਨੇ, ਪੋਸਟਰ ਛਪਾਉਂਦੇ ਰਹਿੰਦੇ ਨੇ, ਮੀਡੀਏ ਵਿੱਚ ਆਪਣਾ ਨਾਮ ਦਰਜ ਕਰਾਉਂਦੇ ਨੇ। ਪਰ ਜਿਹੜੇ ਅਸਲੀ ਮਹਾਂਪੁਰਖ ਨੇ, ਸਬਰ ਤੇ ਸ਼ੁਕਰ ਦੇ ਵਿੱਚ ਰਹਿਣ ਵਾਲੇ, ਉਹ ਰੱਬ ਦੇ ਨੇੜੇ ਹੁੰਦੇ ਨੇ, ਪਰ ਉਹ ਕਿਸੇ ਨੂੰ ਆਪਣਾ ਭੇਤ ਨਹੀਂ ਦਿੰਦੇ। ਸਬਰ ਇਹੋ ਸੁਆਓ, ਜੇ ਤੂੰ ਬੰਦਾ ਦਿੜ ਕਰਹਿ। ਲੋ ਬਾਬਾ ਫਰੀਦ ਜੀ ਕਹਿੰਦੇ ਨੇ, ਸਬਰ ਇਹੋ ਸੁਭਾਅ। ਇਹ ਸਬਰ ਸੰਤੋਖ ਸਾਡੇ ਜੀਵਨ ਦਾ ਸੁਭਾਅ ਪ੍ਰਯੋਜਨ ਹੈ। ਜੇ ਤੂੰ ਬੰਦਾ ਦ੍ਰਿੜ ਕਰਹਿ, ਐ ਬੰਦੇ, ਜੇ ਤੂੰ ਉਸ ਸਬਰ ਦੀ ਭਾਵਨਾ ਨੂੰ, ਸੰਤੋਖ ਦੀ ਭਾਵਨਾ ਨੂੰ ਆਪਣੇ ਅੰਦਰ ਚੰਗੀ ਤਰ੍ਹਾਂ ਦ੍ਰਿੜ ਕਰ ਲਵੇਂ, ਚੰਗੀ ਤਰ੍ਹਾਂ ਆਪਣੇ ਅੰਦਰ ਗ੍ਰਹਿਣ ਕਰ ਲਵੇਂ, ਚੰਗੀ ਤਰ੍ਹਾਂ ਆਪਣੇ ਮਨ ਵਿੱਚ ਵਸਾ ਲਵੇਂ। ਵਧ ਥੀਵਹਿ ਦਰਿਆਓ, ਟੁੱਟ ਨਾ ਥੀਵਹਿ ਵਾਹੜਾ। ਫੇਰ ਤੂੰ ਵੱਧ ਕੇ ਉਸ ਸਾਗਰ ਦੇ ਵਿੱਚ ਰਲ ਜਾਵੇਂਗਾ। ਤੇ ਵੱਧ ਥੀਵੈਂ ਦਰਿਆਓ, ਵੱਧ ਕੇ ਜਦੋਂ ਤੇਰੇ ਅੰਦਰ ਸਬਰ ਸ਼ੁਕਰ ਦੀ ਭਾਵਨਾ ਪੈਦਾ ਹੋ ਗਈ, ਦਿਨ ਰਾਤ ਵਾਹਿਗੁਰੂ ਦੀ ਬੰਦਗੀ ਵਿੱਚ ਜੁੜ ਗਿਆ, ਫਿਰ ਤੂੰ ਵੱਧ ਕੇ ਦਰਿਆਓ ਪਰਮੇਸ਼ਰ ਦਾ ਰੂਪ ਹੋ ਜਾਵੇਂਗਾ। ਟੁੱਟ ਨਾ ਥੀਵੈ ਵਾਹੜਾ, ਤੇ ਉਸ ਤੋਂ ਟੁੱਟ ਕੇ, ਵਾਹਿਗੁਰੂ ਤੋਂ ਵਿਛੜ ਕੇ ਤੂੰ ਵਾਹੜਾ, ਨਾਲਾ ਨਹੀਂ ਬਣੇਗਾ। ਦਰਿਆ ਤੋਂ ਭਾਵ ਹੈ ਸਮੁੰਦਰ, ਵਾਹੜਾ ਤੋਂ ਭਾਵ ਹੈ ਨਾਲਾ। ਤੂੰ ਸਬਰ ਸ਼ੁਕਰ ਦੇ ਅੰਦਰ ਰਹਿੰਦਿਆਂ ਹੋਇਆਂ ਵਾਹਿਗੁਰੂ ਦੀ ਭਗਤੀ ਕਰਕੇ ਵੱਧ ਕੇ ਸਮੁੰਦਰ ਦਾ ਰੂਪ ਹੋ ਜਾਵੇਂਗਾ। ਹਰ ਕਾ ਸੇਵਕ ਸੋ ਹਰ ਜੀਹਾ, ਭੇਦ ਨਾ ਜਾਣਹੁ ਮਾਨਸ ਦੇਹਾ। ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ। ਜਲ ਤੇ ਉਪਜ ਤਰੰਗ, ਜਿਉ ਜਲ ਹੀ ਵਿਖੇ ਸਮਾਹੇ। ਫਿਰ ਵਾਹਿਗੁਰੂ ਤੋਂ ਟੁੱਟ ਕੇ ਤੂੰ ਵਾਹੜਾ ਨਹੀਂ ਬਣੇਗਾ। ਵਾਹੜਾ ਤੋਂ ਭਾਵ ਹੈ ਨਾਲਾ, ਨਾਲੇ ਤੋਂ ਭਾਵ ਲੈਣਾ ਜੀਵ। ਜਦੋਂ ਇੱਕ ਵਾਰੀ ਰੱਬ ਦਾ ਬੰਦਾ ਬੰਦਗੀ ਕਰਕੇ ਵਾਹਿਗੁਰੂ ਵਿੱਚ ਅਭੇਦ ਹੋ ਜਾਂਦਾ ਹੈ, ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ ਹੈ, ਫਿਰ ਉਹ ਵਾਹਿਗੁਰੂ ਦਾ ਰੂਪ ਹੀ ਹੋ ਜਾਂਦਾ। ਜਿਵੇਂ ਨਦੀਆਂ ਤੇ ਨਾਲੇ ਜਦੋਂ ਇੱਕ ਵਾਰੀ ਸਮੁੰਦਰ ਵਿੱਚ ਰਲ ਜਾਂਦੇ ਨੇ, ਨਦੀਆਂ ਅਤੇ ਵਾਹ ਪਵਹਿ ਸਮੁੰਦ ਨਾ ਜਾਣੀਏ, ਫਿਰ ਉਹ ਕਦੀ ਵੱਖਰੇ ਹੋ ਹੀ ਨਹੀਂ ਸਕਦੇ। ਇਸੇ ਲਈ ਬਾਬਾ ਫਰੀਦ ਜੀ ਕਹਿੰਦੇ ਨੇ, ਸਬਰ ਇਹ ਬੰਦਗੀ ਦਾ ਵੱਡਾ ਗੁਣ ਹੈ। ਬਿਨਾਂ ਸੰਤੋਖ ਤੋਂ ਮਨ ਟਿਕਦਾ ਹੀ ਨਹੀਂ, ਬਿਨਾਂ ਸਬਰ ਤੋਂ ਭਗਤੀ ਹੁੰਦੀ ਹੀ ਨਹੀਂ। ਇਸ ਵਾਸਤੇ ਸਬਰ ਇਹ ਦਇਆ ਧਰਮ ਦੀ ਮਾਂ ਹੈ, ਤੇ ਸੰਤੋਖ
ਧਰਮ ਦਾ ਪਿਤਾ ਹੈ। ਦਇਆ ਤੇ ਸੰਤੋਖ ਇਹ ਦੋ ਗੁਣ ਨੇ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨਸੂਤ। ਇਹ ਦੋ ਗੁਣਾਂ ਨੂੰ ਧਾਰਨ ਕਰਕੇ ਭਗਤੀ ਹੁੰਦੀ ਹੈ। ਅਤੇ ਜਿਹੜਾ ਦਇਆ ਅਤੇ ਸੰਤੋਖ ਨੂੰ ਧਾਰਨ ਕਰਕੇ ਵਾਹਿਗੁਰੂ ਦੀ ਭਗਤੀ ਕਰਦਾ ਹੈ, ਫਿਰ ਉਹ ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੀਂ। ਉਹ ਟੁੱਟ ਕੇ ਫਿਰ ਵਾਹੜਾ ਜੀਵ ਨਹੀਂ ਬਣਦਾ। ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀਤ। ਲਓ ਹੁਣ ਅੱਗੇ ਜਿਹੜੇ 3 ਸ਼ਲੋਕ ਨੇ ਇੱਕੋ ਪ੍ਰਕਰਨ ਦੇ ਵਿੱਚ ਉਚਾਰਨ ਕੀਤੇ ਗਏ ਨੇ। ਹੁਣ ਅੱਗੇ ਬਾਬਾ ਫਰੀਦ ਜੀ ਦਰਵੇਸ਼ੀ ਫਕੀਰੀ ਦੇ ਬਾਰੇ ਦੱਸਦੇ ਨੇ। ਫਰੀਦਾ ਦਰਵੇਸ਼ੀ ਗਾਖੜੀ, ਜਿਹੜੀ ਇਹ ਦਰਵੇਸ਼ੀ ਹੈ, ਫਕੀਰੀ ਹੈ, ਸੰਤਗੀਰੀ ਹੈ, ਗੁਰਮੁਖਤਾਈ ਹੈ, ਗਾਖੜੀ, ਇਹਨੂੰ ਧਾਰਨ ਕਰਨਾ, ਇਹਨੂੰ ਨਿਭਾਉਣਾ ਗਾਖੜੀ ਬਹੁਤ ਕਠਿਨ ਹੈ, ਬੜਾ ਔਖਾ ਹੈ। ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ, ਰੁੱਖੀ ਸੁੱਖੀ ਖਾ ਕੇ ਵੀ ਰੱਬ ਦਾ ਸ਼ੁਕਰ ਕਰਨਾ ਪੈਂਦਾ। ਚੋਪੜੀ ਪ੍ਰੀਤ, ਪਰ ਜਿਹੜੇ ਦੁਨੀਆ ਦੇ ਲੋਕ ਨੇ ਉਹ ਚੋਪੜੀ ਦੇ ਨਾਲ ਪ੍ਰੀਤ ਧਾਰਨ ਕਰਦੇ ਨੇ। ਫਕੀਰਾਂ ਨੂੰ ਰਸਾਂ ਕਸਾਂ ਦੇ ਸਵਾਦ ਛੱਡਣੇ ਪੈਂਦੇ ਨੇ। ਦੁਨੀਆ ਦੇ ਲੋਕ ਸਵਾਦ ਭਾਲਦੇ ਰਹਿੰਦੇ ਨੇ। ਇਸੇ ਲਈ ਬਾਬਾ ਫਰੀਦ ਜੀ ਕਹਿੰਦੇ ਨੇ ਇਹ ਫਕੀਰੀ ਧਾਰਨ ਕਰਨੀ ਬਹੁਤ ਔਖੀ ਹੈ, ਇਹਨੂੰ ਨਿਭਾਉਣਾ ਹੋਰ ਵੀ ਔਖਾ ਹੈ। ਕਿਉਂ? ਸਾਡੇ ਮਨ ਦੀ ਚੋਪੜੀ ਦੇ ਨਾਲ ਜ਼ਿਆਦਾ ਪ੍ਰੀਤ ਹੁੰਦੀ ਹੈ। ਸਾਡਾ ਮਨ ਚਾਹੁੰਦਾ ਹੈ ਵਧੀਆ ਤੋਂ ਵਧੀਆ ਪਕਵਾਨ, ਵਧੀਆ ਤੋਂ ਵਧੀਆ ਭੋਜਨ ਮੈਨੂੰ ਖਾਣ ਵਾਸਤੇ ਮਿਲਣ। ਕਦੀ ਚਾਹੁੰਦਾ ਹੈ ਮੈਨੂੰ ਖੀਰ ਪੂੜੇ ਮਿਲ ਜਾਣ, ਕਦੀ ਚਾਹੁੰਦਾ ਹੈ ਛੋਲੇ ਭਟੂਰੇ ਮੈਨੂੰ ਖਾਣ ਵਾਸਤੇ ਮਿਲ ਜਾਣ, ਕਦੇ ਸਮੋਸੇ, ਕਦੇ ਪਕੌੜੇ, ਕਦੇ ਕੁਛ ਕਦੇ ਕੁਛ। ਚੋਪੜੀ ਤੋਂ ਭਾਵ ਹੈ ਚੋਪੜੇ ਹੋਏ ਪ੍ਰਸ਼ਾਦੇ। ਕਦੀ ਕਹਿੰਦਾ ਆਲੂਆਂ ਵਾਲੇ ਪਰੌਠੇ, ਕਦੀ ਗੋਭੀ ਵਾਲੇ, ਕਦੇ ਮਿੱਸੇ ਪ੍ਰਸ਼ਾਦੇ। ਉਹਨਾਂ ਦੇ ਨਾਲ ਸਾਡਾ ਬਹੁਤਾ ਪ੍ਰੇਮ ਬਣ ਜਾਂਦਾ ਹੈ। ਇਕਨ ਕਿਨੈ ਚਾਲੀਐ ਦਰਵੇਸਾਂ ਵੀ ਰੀਤ। ਉਹ ਬਾਬਾ ਫਰੀਦ ਜੀ ਕਹਿੰਦੇ ਨੇ ਇਕਨ ਕਿੰਨਾ ਚਾਲੀਐ, ਵੀ ਕਿਸੇ ਇੱਕ ਨੇ ਹੀ ਦਰਵੇਸ਼ਾਂ ਵਾਲੀ ਰੀਤ ਤੇ ਚਾਲੀਏ ਦਾ ਅਰਥ ਚੱਲਣਾ ਕੀਤਾ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਹਕੇਰੀ ਬੇਖਮ ਮਾਰਗ ਚੱਲਣਾ। ਦਰਵੇਸ਼ੀ ਦੇ ਫਕੀਰੀ ਦੇ ਰਸਤੇ 'ਤੇ ਚੱਲਣਾ ਬਹੁਤ ਔਖਾ ਹੈ। ਬਾਬਾ ਫਰੀਦ ਜੀ ਕਹਿੰਦੇ ਨੇ ਕੋਈ ਇੱਕ ਅੱਧਾ ਬੰਦਾ ਦਰਵੇਸ਼ਾਂ ਵਾਲੀ ਰੀਤ 'ਤੇ ਚੱਲ ਸਕਦਾ ਹੈ, ਵਰਨਾ ਜਿਹੜੇ ਆਮ ਲੋਕ ਨੇ, ਚਾਹੇ ਸਾਧੂ ਭੇਖ ਦੇ ਵਿੱਚ, ਸੰਤ ਭੇਖ ਦੇ ਵਿੱਚ ਵੀ ਹੁੰਦੇ ਨੇ, ਉਹ ਵੀ ਜ਼ਿਆਦਾ ਚੋਪੜੀ ਨਾਲ ਹੀ ਪ੍ਰੀਤ ਕਰਦੇ ਨੇ। ਉਹ ਜ਼ਿਆਦਾ ਸਵਾਦ ਹੀ ਲੈਂਦੇ ਫਿਰਦੇ ਨੇ। ਇੱਕ ਮਹਾਂਪੁਰਖ ਸਾਖੀ ਸੁਣਾਉਂਦੇ ਸਨ। ਬਾਬਾ ਫਰੀਦ ਜੀ ਦੇ ਸਮੇਂ ਬਹੁਤ ਸਾਰੇ ਸਾਧੂ ਉਹਨਾਂ ਦੇ ਨਾਲ ਰਿਹਾ ਕਰਦੇ। ਇੱਕ ਕੋਈ ਮਾਈ ਸੀ, ਉਹ ਬੜੀ ਸੇਵਾ ਭਾਵਨਾ ਵਾਲੀ ਸੀ। ਆਏ ਗਏ ਸਾਧੂ ਸੰਤਾਂ ਦੀ, ਫਕੀਰਾਂ ਦੀ ਬੜੇ ਪ੍ਰੇਮ ਦੇ ਨਾਲ ਸੇਵਾ ਕਰਦੀ। ਉਹਦੇ ਕੋਲੇ ਸਾਧੂ ਸੰਤ ਫਕੀਰ ਅਕਸਰ ਆਉਂਦੇ ਰਹਿੰਦੇ। ਇੱਕ ਵਾਰ ਉਸਨੇ ਬਾਬਾ ਫਰੀਦ ਜੀ ਨੂੰ ਘਰ ਬੁਲਾਇਆ ਅਤੇ ਕਹਿਣ ਲੱਗੀ, ਮਹਾਰਾਜ ਮੇਰੇ ਘਰ ਆ ਕੇ ਭੋਜਨ ਛਕੋ। ਬਾਬਾ ਫਰੀਦ ਜੀ ਕਹਿਣ ਲੱਗੇ ਫਿਰ ਫਕੀਰਾਂ ਵਾਲਾ ਭੋਜਨ ਬਣਾਈ, ਉਹਦੇ ਵਿੱਚ ਜ਼ਿਆਦਾ ਮਿਰਚ ਮਸਾਲੇ ਨਹੀਂ ਪਾਉਣੇ, ਬਹੁਤਾ ਘਿਓ ਵੀ ਨਹੀਂ ਪਾਉਣਾ, ਸਾਦਾ ਭੋਜਨ ਤਿਆਰ ਕਰੀ। ਉਹ ਕਹਿਣ ਲੱਗੀ ਮਹਾਰਾਜ 7 ਬਚਨ। ਉਸਨੇ ਆਪਣੀ ਦਾਸੀ ਨੂੰ ਕਹਿ ਦਿੱਤਾ ਬਈ ਤੂੰ ਸਾਧੂਆਂ ਵਾਲਾ, ਫਕੀਰਾਂ ਵਾਲਾ ਭੋਜਨ ਤਿਆਰ ਕਰਨਾ। ਚਲੋ ਜਿਵੇਂ ਉਸਨੇ ਆਖਿਆ ਅਤੇ ਦਾਸੀ ਨੇ ਉਸੇ ਤਰ੍ਹਾਂ ਲੰਗਰ ਤਿਆਰ ਕੀਤਾ। ਬਾਬਾ ਫਰੀਦ ਜੀ ਹੋਰ ਸਾਧੂ ਲੰਗਰ ਛਕਣ ਵਾਸਤੇ ਗਏ। ਇੱਕ ਉਹਨਾਂ ਵਿੱਚ ਨਵਾਂ ਫਕੀਰ ਬਣਿਆ ਸੀ, ਉਹਨੇ ਨਵੀਂ ਦਰਵੇਸ਼ੀ ਧਾਰਨ ਕੀਤੀ ਸੀ। ਅਤੇ ਜਦੋਂ ਲੰਗਰ ਵਰਤਾਇਆ ਗਿਆ, ਛਕਣ ਲੱਗ ਪਏ। ਰੁੱਖਾ ਮਿੱਸਾ ਜਿਹੋ ਜਿਹਾ ਭੋਜਨ ਤਿਆਰ ਕੀਤਾ ਗਿਆ ਸੀ, ਉਹਨੂੰ ਛਕ ਰਹੇ ਸਨ। ਇੱਕ ਬੈਠਾ ਬੈਠਾ ਕਹਿਣ ਲੱਗਾ ਇਹਦੇ 'ਚ ਲੂਣ ਘੱਟ ਹੈ ਜੀ। ਹੁਣ ਜਦੋਂ ਉਸਨੇ ਆਖਿਆ ਵੀ ਲੂਣ ਲੈ ਕੇ ਆਓ, ਉਹ ਮਾਈ ਨੇ ਸੁਣ ਲਿਆ। ਮਾਈ ਨੇ ਦਾਸੀ ਨੂੰ ਡਾਂਟਿਆ,
ਕਹਿਣ ਲੱਗੀ, ਤੈਨੂੰ ਕਿਹਾ ਸੀ ਤੂੰ ਸਾਧੂਆਂ ਵਾਲਾ ਭੋਜਨ ਤਿਆਰ ਕਰੀ, ਕੀ ਗੱਲ ਹੈ, ਤੂੰ ਲੂਣ ਘੱਟ ਪਾਇਆ? ਅੱਗੋਂ ਦਾਸੀ ਕਹਿਣ ਲੱਗੀ, ਮੈਂ ਤੇ ਸਾਧੂਆਂ ਵਾਲਾ ਹੀ ਭੋਜਨ ਤਿਆਰ ਕੀਤਾ ਸੀ, ਪਰ ਮੈਨੂੰ ਕੀ ਪਤਾ ਸੀ ਵੀ ਇਹਨਾਂ ਸਾਧੂਆਂ ਦੇ ਨਾਲ ਕਈ ਸਵਾਦੂ ਵੀ ਆ ਜਾਂਦੇ ਨੇ, ਜਿਹੜੇ ਸਵਾਦ ਹੀ ਭਾਲਦੇ ਰਹਿੰਦੇ ਨੇ, ਵੀ ਜੇ ਰੁੱਖਾ ਮਿੱਸਾ ਪ੍ਰਸ਼ਾਦਾ ਮਿਲ ਵੀ ਜਾਂਦਾ, ਅਚਾਰ ਅਤੇ ਚਟਨੀ ਵੀ ਨਾਲ ਭਾਲਦੇ ਨੇ, ਫਿਰ ਕਹਿੰਦੇ ਦਹੀਂ ਅਤੇ ਮੱਖਣੀ ਵੀ ਨਾਲ ਚਾਹੀਦੀ ਹੈ, ਅਤੇ ਇਸ ਤਰ੍ਹਾਂ ਦੇ ਕਿ ਸਵਾਦ ਭਾਲਦੇ ਨੇ। ਅਤੇ ਜਦੋਂ ਇਹ ਗੱਲ ਆਖੀ ਬਾਬਾ ਫਰੀਦ ਜੀ ਨੇ, ਫਿਰ ਇਹ ਸ਼ਲੋਕ ਉਚਾਰਨ ਕੀਤਾ ਵੀ ਦਰਵੇਸ਼ੀ ਬੜੀ ਔਖੀ ਹੈ, ਰੁੱਖੀ ਸੁੱਖੀ ਖਾ ਕੇ ਰੱਬ ਦਾ ਸ਼ੁਕਰ ਕਰਨਾ ਪੈਂਦਾ ਹੈ। ਅਤੇ ਦਰਵੇਸ਼ਾਂ ਵਾਲੀ ਜਿਹੜੀ ਰੀਤ ਹੈ, ਇਸ ਉੱਤੇ ਕੋਈ ਇੱਕ ਅੱਧਾ ਹੀ ਚੱਲਦਾ ਹੈ, ਵਰਨਾ ਬਹੁਤੇ ਸਾਧੂ ਵੀ ਸੰਤ ਵੀ ਉਹ ਦੁਨੀਆ ਵਾਂਗੂ ਚੰਗੇ ਪਦਾਰਥ ਖਾਣਾ ਲੋਚਦੇ ਹਨ। ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲਨ। ਲੋ ਬਾਬਾ ਫਰੀਦ ਜੀ ਕਹਿੰਦੇ ਨੇ, ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਚਾਹੇ ਸਾਨੂੰ ਕਿੰਨੀ ਵੀ ਘੋਰ ਤਪੱਸਿਆ ਕਰਨੀ ਪਵੇ, ਕਿੰਨਾ ਵੀ ਕਸ਼ਟ ਸਹਾਰਨਾ ਪਵੇ, ਅਸੀਂ ਤਿਆਰ ਹਾਂ। ਤਨ ਤਪੈ ਤਨੂਰ ਜਿਉ, ਸਾਡਾ ਤਨ ਸਰੀਰ ਤੰਦੂਰ ਵਾਂਗੂ ਤਪਣ ਲੱਗ ਜਾਵੇ, ਬਾਲਣ ਹੱਡ ਬਲਨ, ਅਤੇ ਜਿਹੜੇ ਸਾਡੇ ਸਰੀਰ ਦੇ ਅੰਦਰ ਹੱਡ ਨੇ ਉਹ ਬਾਲਣ ਦੀ ਤਰ੍ਹਾਂ ਬਲਣ ਲੱਗ ਜਾਣ। ਇੰਨੀ ਘੋਰ ਤਪੱਸਿਆ ਕਰੀਏ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ, ਮੇਰਾ ਸਰੀਰ ਭੁੱਖਾ ਪਿਆਸਾ ਰਹਿ ਕੇ ਜਠਰਾਗਨ ਅਗਨੀ ਦੇ ਨਾਲ, ਭੁੱਖ ਦੇ ਸੇਕ ਦੇ ਨਾਲ ਤੰਦੂਰ ਵਾਂਗੂ ਤਪਣ ਲੱਗ ਜਾਵੇ, ਅਤੇ ਮੇਰੇ ਹੱਡ ਬਾਲਣ ਦੀ ਤਰ੍ਹਾਂ, ਲੱਕੜਾਂ ਦੀ ਤਰ੍ਹਾਂ ਬਲਣ ਲੱਗ ਜਾਣ। ਪੈਰੀ ਥੱਕਾਂ ਸਿਰ ਜੁਲਾਂ, ਜੇ ਮੂੰਹ ਪੀਰੀਰ ਮਿਲਨ। ਤੇ ਮੈਂ ਆਪਣੇ ਪੈਰਾਂ ਦੇ ਨਾਲ ਤੁਰ ਕੇ ਜਿੱਥੇ ਵੀ ਪਰਮੇਸ਼ਰ ਪਤੀ ਹੋਵੇ, ਮੈਂ ਉੱਥੇ ਜਾਣ ਲਈ ਤਿਆਰ ਹਾਂ। ਜੇ ਪੈਰਾਂ ਦੇ ਨਾਲ ਚਲਦਿਆਂ ਚਲਦਿਆਂ, ਕਿਉਂਕਿ ਇਹ ਵਾਟ ਬਹੁਤ ਵਿਖੜੀ ਵਾਟ ਹੈ, ਖੰਨਿਓ ਤਿੱਖੀ ਵਾਲੋਂ ਨਕੀਤ ਮਾਰਗ ਜਾਣਾ, ਖੰਡੇ ਤਾਰ ਗਲੀਆਤ ਪੀੜੀ, ਚੱਲ ਨਾ ਸਕੈ ਉੱਪਰ ਕੀੜੀ। ਲੋ ਇਹੋ ਜਿਹਾ ਰਸਤਾ ਭਗਤੀ ਦਾ। ਪੈਰੀ ਥੱਕਾਂ, ਜੇ ਪੈਰਾਂ ਨਾਲ ਚੱਲਦੇ ਹੋਏ ਥੱਕ ਜਾਈਏ, ਸਿਰ ਜੁਲਾਂ, ਫਿਰ ਸਿਰ ਪਾਰ ਹੋ ਕੇ ਤੁਰਨਾ ਸ਼ੁਰੂ ਕਰ ਦਈਏ। ਹੁਣ ਜਿਵੇਂ ਕਈ ਲੱਤਾਂ ਉੱਪਰ ਕਰਕੇ ਅਤੇ ਬਾਹਾਂ ਨਾਲ ਹੱਥ ਥੱਲੇ ਲਾ ਕੇ ਵੀ ਤੁਰਦੇ ਨੇ, ਇਹਦਾ ਮਤਲਬ ਇਹ ਹੈ ਭਗਤੀ ਛੱਡਣੀ ਨਹੀਂ। ਸਿਆਣੇ ਪੁਰਸ਼ ਕਹਿੰਦੇ ਨੇ, ਜੇ ਕੋਈ ਆਦਮੀ ਖੜ੍ਹ ਗਿਆ, ਰੁਕ ਗਿਆ, ਉਹ ਕਦੀ ਵੀ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚ ਸਕਦਾ। ਜਿਹੜਾ ਆਦਮੀ ਹੌਸਲਾ ਰੱਖ ਕੇ ਤੁਰਦਾ ਰਹਿੰਦਾ ਹੈ, ਚਾਹੇ ਹੌਲੀ ਤੁਰਦਾ ਹੈ, ਬਹੁਤੀ ਤੇਜ਼ ਨਹੀਂ ਵੀ ਤੁਰ ਸਕਦਾ, ਪਰ ਤੁਰ ਹੀ ਜਾਵੇ, ਉਹ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦਾ ਹੈ। ਜਿਵੇਂ ਫਰਜ਼ ਕਰੋ ਸ਼੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਕਰਨੀ ਹੈ, ਪਹਾੜੀ ਇਲਾਕਾ ਹੈ, ਪੈਦਲ ਯਾਤਰਾ ਕਰਨ ਵਾਸਤੇ ਕਾਫੀ ਸਫ਼ਰ ਤੈਅ ਕਰਨਾ ਪੈਂਦਾ। ਹੁਣ ਉਹ ਸਫ਼ਰ ਤੈਅ ਕਰਦਿਆਂ ਹੋਇਆਂ ਕਈ ਆਦਮੀ ਥੱਕ ਵੀ ਜਾਂਦੇ ਨੇ, ਅਤੇ ਕਈ ਬੈਠ ਵੀ ਜਾਂਦੇ ਨੇ, ਸਾਹ ਲੈ ਕੇ ਫਿਰ ਤੁਰ ਪੈਂਦੇ ਨੇ, ਅਤੇ ਕਈ ਐਸੇ ਵੀ ਨੇ ਜਿਹੜੇ ਢੇਰੀ ਹੀ ਢਾ ਦਿੰਦੇ ਨੇ, ਕਹਿੰਦੇ ਹੁਣ ਅਸੀਂ ਤਾਂ ਜਾ ਹੀ ਨਹੀਂ ਸਕਦੇ। ਕਈ ਤਾਂ ਰਾਹ 'ਚ ਹੀ ਬੈਠ ਕੇ ਮੁੜ ਆਉਂਦੇ ਨੇ, ਅਤੇ ਕਈ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦੇ ਨੇ। ਹੌਸਲਾ ਰੱਖ ਕੇ ਤੁਰੇ ਜਾਣਾ, ਅਤੇ ਫਿਰ ਆਦਮੀ ਆਪਣੀ ਮੰਜ਼ਿਲ 'ਤੇ ਪਹੁੰਚਦਾ। ਪੈਰੀ ਥੱਕਾਂ ਸਿਰ ਜੁਲਾਂ, ਜੇ ਪੈਰਾਂ ਨਾਲ ਥੱਕ ਜਾਈਏ ਅਤੇ ਸਿਰ ਪਾਰ ਹੋ ਕੇ ਉੱਥੇ ਤੁਰਨਾ ਸ਼ੁਰੂ ਕਰ ਦਈਏ। ਜੇ ਮੂੰਹ ਪਿਰੀ ਮਿਲਣ, ਹਾਂ, ਜੇ ਮੈਨੂੰ ਮੇਰਾ ਪਿਰ ਪਤੀ ਪਰਮੇਸ਼ਰ ਮਿਲ ਜਾਵੇ ਅਤੇ ਸਾਨੂੰ ਸਿਰ ਪਾਰ ਤੁਰਨਾ ਵੀ ਚੰਗਾ ਲੱਗਦਾ ਹੈ। ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ। ਲੋ ਹੁਣ ਅੱਗੇ ਜਿਹੜਾ ਸਲੋਕ ਆ ਰਿਹਾ ਹੈ, ਪਹਿਲਾਂ ਤੇ ਖਿਆਲ ਆਇਆ ਬਾਬਾ ਫਰੀਦ ਜੀ ਦੇ ਮਨ ਦੇ ਵਿੱਚ ਵੀ ਸਰੀਰ ਨੂੰ ਕਸ਼ਟ ਦੇਣਾ ਚਾਹੀਦਾ, ਰੱਬ ਦੀ ਪ੍ਰਾਪਤੀ ਲਈ ਕੋਈ ਵੀ ਕੁਰਬਾਨੀ ਕਰਨੀ ਪਵੇ ਤੇ ਕਰ ਲੈਣੀ ਚਾਹੀਦੀ ਹੈ। ਅਤੇ ਫਿਰ ਅੰਦਰੋਂ ਆਕਾਸ਼ ਬਾਣੀ ਹੋਈ, ਅੰਦਰੋਂ ਆਵਾਜ਼ ਆਈ, ਤਨ ਨਾ ਤਪਾਏ ਤਨੂਰ ਜਿਉ, ਆਪਣੇ ਸਰੀਰ ਨੂੰ ਭੁੱਖਾ ਪਿਆਸਾ ਰਹਿ ਕੇ ਘੋਰ ਤਪੱਸਿਆ ਕਰਕੇ ਤੰਦੂਰ ਵਾਂਗੂ ਨਾ ਤਪਾ, ਬਾਲਣ ਹੱਡ ਨਾ ਬਾਲ, ਅਤੇ ਆਪਣੇ ਹੱਡਾਂ ਨੂੰ ਬਾਲਣ ਵਾਂਗੂ ਨਾ ਸਾੜ।
ਨਾ ਆਪਣੇ ਸਰੀਰ ਨੂੰ ਤੰਦੂਰ ਵਾਂਗੂ ਤਪਾ ਤੇ ਨਾ ਹੀ ਹੱਡਾਂ ਨੂੰ ਬਾਲਣ ਦੀ ਥਾਂ ਤੇ ਸਾੜ। ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਹਾਲ। ਤੂੰ ਕਹਿਣਾ ਮੈਂ ਪੈਰਾਂ ਦੇ ਨਾਲ ਚੱਲਦਾ ਚੱਲਦਾ ਜੇ ਥੱਕ ਜਾਵਾਂ, ਸਿਰ ਭਾਰ ਤੁਰਨਾ ਸ਼ੁਰੂ ਕਰ ਦੇਵਾਂ। ਲਓ ਹੁਣ ਆਕਾਸ਼ ਬਾਣੀ ਹੋਈ ਹੈ, ਸਿਰ ਪੈਰੀ ਕਿਆ ਫੇੜਿਆ। ਤੇਰੇ ਸਿਰ ਨੇ ਤੇ ਤੇਰੇ ਪੈਰਾਂ ਨੇ ਕੀ ਪਾਪ ਕੀਤਾ ਹੈ? ਫੇੜਿਆ ਤੋਂ ਭਾਵ ਹੈ ਕਿਹੜਾ ਗੁਨਾਹ ਕੀਤਾ ਹੈ ਵੀ ਤੂੰ ਇਹਨਾਂ ਨੂੰ ਸਜ਼ਾ ਦੇਣੀ ਚਾਹੁੰਦਾ ਹੈ। ਅੰਦਰ ਪਿਰੀ ਨਿਹਾਲ, ਉਹ ਪਤੀ ਪਰਮੇਸ਼ਰ ਤੇਰੇ ਅੰਦਰ ਹੀ ਹੈ, ਉਹਨੂੰ ਆਪਣੇ ਅੰਦਰ ਹੀ ਵੇਖ। ਇਸੇ ਭਾਵ ਦਾ ਜਿਹੜਾ ਸ਼ਲੋਕ ਹੈ ਨਾ, ਇਹ ਹੋਰ ਥਾਂ ਤੇ ਬਾਣੀ ਵਿੱਚ ਆਇਆ ਹੈ। ਉੱਥੇ ਮਹੱਲਾ ਤੀਜਾ ਦੇ ਸਿਰਲੇਖ ਵਿੱਚ ਆਇਆ ਹੈ, ਪਰ ਇੱਥੇ ਮਹੱਲੇ ਦਾ ਜ਼ਿਕਰ ਨਹੀਂ ਆਇਆ। ਪਰ ਇਹਦੇ ਵਿੱਚ ਗੁਰਮਤਿ ਸਿਧਾਂਤ ਨੂੰ, ਯਥਾਰਥ ਸਿਧਾਂਤ ਨੂੰ ਉਜਾਗਰ ਕੀਤਾ ਗਿਆ ਹੈ। ਹਾਂ ਟੂੰਡੇਂਦੀ ਸੱਜਣਾ ਸੱਜਣ ਮੈਂਡੇ ਨਾਲ। ਹੁਣ ਇਸਤਰੀ ਰੂਪਕ ਅਲੰਕਾਰ ਵਿੱਚ ਬਾਬਾ ਫਰੀਦ ਜੀ ਫਰਮਾਉਂਦੇ ਨੇ ਵੀ ਮੈਂ ਜਿਸ ਸੱਜਣ ਅਕਾਲ ਪੁਰਖ ਨੂੰ ਢੂੰਡਦੀ ਸਾਂ, ਸੱਜਣ ਮੈਂਡੇ ਨਾਲ, ਉਹ ਸੱਜਣ ਵਾਹਿਗੁਰੂ ਪਰਮੇਸ਼ਰ ਤਾਂ ਮੇਰੇ ਨਾਲ ਹੀ ਵਸ ਰਿਹਾ ਸੀ। ਮੈਂ ਉਸ ਨੂੰ ਬਾਹਰ ਢੂੰਡਦੀ ਫਿਰਦੀ ਸਾਂ ਤੇ ਅਖੀਰ ਜਦੋਂ ਮੈਨੂੰ ਗੁਰੂ ਦੀ ਕਿਰਪਾ ਦੇ ਨਾਲ ਦਿਵ ਦ੍ਰਿਸ਼ਟੀ ਪ੍ਰਾਪਤ ਹੋ ਗਈ ਤੇ ਫਿਰ ਮੈਂ ਵੇਖਿਆ ਵੀ ਉਹ ਪਰਮੇਸ਼ਰ ਤਾਂ ਮੇਰੇ ਨਾਲ ਹੀ ਵਸ ਰਿਹਾ ਹੈ। ਨਾਨਕ ਅਲਖ ਨਾ ਲਖੀਐ ਗੁਰਮੁਖ ਦੇ ਦਿਖਾਲ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਪਰਮੇਸ਼ਰ ਆਪਣੇ ਆਪ ਅਲਖ ਹੈ, ਨਾ ਲਖਿਆ ਉਹਨੂੰ ਲਖਿਆ ਨਹੀਂ ਜਾ ਸਕਦਾ, ਉਹਨੂੰ ਜਾਣਿਆ ਨਹੀਂ ਜਾ ਸਕਦਾ, ਉਹਨੂੰ ਆਪਣੀ ਸੋਝੀ ਗੋਚਰ ਨਹੀਂ ਕੀਤਾ ਜਾ ਸਕਦਾ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ ਗੁਰਮੁਖ ਦੇ ਦਿਖਾਲ। ਗੁਰਮੁਖ ਦਾ ਅਰਥ ਹੈ ਮੁਖੀ ਗੁਰੂ ਉਸ ਨੂੰ ਦਿਖਾ ਦਿੰਦੇ ਨੇ। ਭਾਵ ਸਤਿਗੁਰੂ ਦਰਗਾਹੀ ਬਸੀਠ ਨੇ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ। ਹਰ ਨਾਮੋ ਮੰਤਰ ਦਰੜਾਈਂਦਾ ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਤੁਰੇ ਪਿਆ ਸੰਜੋਗ। ਜਿਸ ਸੱਜਣ ਵਾਹਿਗੁਰੂ ਨੂੰ ਅਸੀਂ ਭਾਲਦੇ ਫਿਰਦੇ ਸਾਂ, ਉਹ ਤੇ ਸਾਡੇ ਨਾਲ ਹੀ ਵਸ ਰਿਹਾ ਸੀ, ਪਰ ਉਹ ਸਾਨੂੰ ਉਸ ਦੇ ਬਾਰੇ ਪਤਾ ਨਹੀਂ ਸੀ ਤੇ ਪਤਾ ਹੁਣ ਵੀ ਹੈ ਨਹੀਂ ਆਪਾਂ ਨੂੰ। ਆਪਣੇ ਆਪ ਉਹ ਅਲੱਖ ਹੈ, ਨਹੀਂ ਜਾਣਿਆ ਜਾ ਸਕਦਾ। ਮੁਖੀ ਗੁਰੂ ਹੀ ਕਿਰਪਾ ਕਰਕੇ ਉਸ ਨੂੰ ਦਿਖਾ ਸਕਦਾ ਹੈ। ਹੰਸਾ ਦੇਖ ਤਰੰਦਿਆ ਬੱਗਾ ਆਇਆ ਚਾਓ। ਲੋ ਇਹ ਜਿਹੜੇ ਸ਼ਲੋਕ ਆ ਰਹੇ ਨੇ ਵੀ ਇਹ ਵਡਹੰਸ ਰਾਗ ਦੀ ਵਾਰ ਦੇ ਵਿੱਚ ਵੀ ਆਏ ਨੇ। ਸੋ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਬਾ ਫਰੀਦ ਜੀ ਦੇ ਸ਼ਲੋਕਾਂ ਵਿੱਚ ਵੀ ਇਹਨਾਂ ਨੂੰ ਦਰਜ ਕੀਤਾ ਹੈ। ਹੰਸਾਂ ਦੇਖ ਤਰੰਦਿਆਂ, ਹੰਸਾਂ ਨੂੰ ਦਰਿਆ ਵਿੱਚ ਤਾਰੀ ਲਾਉਂਦਿਆਂ ਵੇਖ ਕੇ ਬੱਗਾਂ ਆਇਆ ਚਾਓ, ਜਿਹੜੇ ਬਗਲੇ ਸਨ ਉਹਨਾਂ ਦੇ ਮਨ ਦੇ ਵਿੱਚ ਵੀ ਚਾਓ ਉਮਾ ਪੈਦਾ ਹੋਇਆ। ਡੁੱਬ ਮੂਏ ਬਗ ਬੱਪੜੇ ਸਿਰ ਤਲ ਉੱਪਰ ਪਾਓ। ਜਦੋਂ ਬਗਲੇ ਡੂੰਘੇ ਪਾਣੀ ਵਿੱਚ ਚਲੇ ਗਏ ਤੇ ਉਹਨਾਂ ਨੂੰ ਤਰਨਾ ਆਉਂਦਾ ਨਹੀਂ ਸੀ, ਬਗਲਾ ਤਰਨ ਨਾ ਸਿੱਖਿਆ। ਡੁੱਬ ਮੋਏ ਬਗ ਬੱਪੜੇ, ਉਹ ਬੱਪੜੇ ਦਾ ਅਰਥ ਹੈ ਵਿਚਾਰੇ। ਬਦ ਬਖਤ ਬਗਲੇ ਡੂੰਘੇ ਪਾਣੀ ਵਿੱਚ ਡੁੱਬ ਕੇ ਮਰ ਗਏ। ਸਿਰ ਤਲ ਉੱਪਰ ਪਾਓ, ਉਹਨਾਂ ਦਾ ਸਿਰ ਹੇਠਾਂ ਤੇ ਪੈਰ ਉੱਪਰ ਨੂੰ ਹੋ ਗਏ। ਜਦੋਂ ਬਗਲਾ ਡੂੰਘੇ ਪਾਣੀ ਵਿੱਚ ਜਾ ਕੇ ਡੁੱਬਦਾ ਹੈ ਨਾ, ਉਹਦਾ ਸਿਰ ਭਾਰਾ ਹੁੰਦਾ ਹੈ ਤੇ ਸਿਰ ਥੱਲੇ ਡੁੱਬ ਜਾਂਦਾ ਤੇ ਪੈਰ ਉੱਪਰ ਹੋ ਜਾਂਦੇ ਨੇ। ਬਗਲਾ ਪੁੱਠਾ ਹੀ ਮਰ ਕੇ ਤਰਦਾ ਹੈ। ਲਓ ਹੁਣ ਇਹ ਜਿਹੜਾ ਸ਼ਲੋਕ ਹੈ ਇਹਦਾ ਅੰਤਰੀ ਭਾਵ ਕੀ ਹੈ? ਹੰਸ ਕੌਣ ਨੇ? ਹੰਸ ਇੱਕ ਪੰਛੀ ਦਾ ਨਾਮ ਹੈ। ਉਸ ਹੰਸ ਪੰਛੀ ਵਿੱਚ ਕੁਝ ਵਿਸ਼ੇਸ਼ ਗੁਣ ਮੰਨੇ ਨੇ। ਇੱਕ ਤਾਂ ਹੰਸ ਦੀ ਖੁਰਾਕ ਬੜੀ ਪਵਿੱਤਰ ਹੁੰਦੀ ਹੈ, ਉਹ ਹੀਰੇ ਮੋਤੀਆਂ ਦਾ ਚੋਗ ਚੁਗਦਾ ਹੈ। ਦੂਸਰਾ, ਹੰਸ ਦੀ ਜਿਹੜੀ ਚਾਲ ਹੈ ਉਹ ਬੜੀ ਸੁੰਦਰ ਹੁੰਦੀ ਹੈ। ਤੀਸਰਾ, ਹੰਸ ਬਾਹਰੋਂ ਵੀ ਤੇ ਅੰਦਰੋਂ ਵੀ ਨਿਰਮਲ ਹੁੰਦਾ ਹੈ। ਉਹਦਾ ਆਚਾਰ ਤੇ ਵਿਚਾਰ ਦੋਨੋਂ ਹੀ ਪਵਿੱਤਰ ਹੁੰਦੇ ਨੇ। ਚੌਥਾ ਗੁਣ ਹੰਸ ਦਾ ਇਹ ਹੁੰਦਾ ਹੈ, ਉਹਦੀ ਚੁੰਝ ਵਿੱਚ ਖਟਾਸ ਦਾ ਗੁਣ ਹੁੰਦਾ ਹੈ।
ਜੇ ਉਹਦੇ ਮੂਹਰੇ ਦੁੱਧ ਪਾ ਦਿਓ, ਜਦੋਂ ਚੁੰਝ ਪਾਉਂਦਾ ਹੈ ਦੁੱਧ ਵੱਖਰਾ ਅਤੇ ਪਾਣੀ ਵੱਖਰਾ ਹੋ ਜਾਂਦਾ। ਫਿਰ ਉਹ ਦੁੱਧ ਦੀਆਂ ਫੁੱਟੀਆਂ ਗ੍ਰਹਿਣ ਕਰ ਲੈਂਦਾ ਅਤੇ ਪਾਣੀ ਨੂੰ ਤਿਆਗ ਦਿੰਦਾ। ਇਹ ਹੰਸ ਦੇ ਗੁਣ ਲਿਖੇ ਨੇ, ਅਤੇ ਇਹੀ ਗੁਣ ਜਦੋਂ ਕਿਸੇ ਮਨੁੱਖ ਦੇ ਵਿੱਚ ਆ ਜਾਂਦੇ ਨੇ, ਫਿਰ ਉਸ ਨੂੰ ਪਰਮਹੰਸ ਅਤੇ ਜਾਂ ਉਸ ਨੂੰ ਤਤਬੇਤਾ, ਗਿਆਨਵਾਨ, ਬ੍ਰਹਮ ਗਿਆਨੀ ਦਾ ਦਰਜਾ ਦਿੱਤਾ ਜਾਂਦਾ। ਜਿਵੇਂ ਹੰਸ ਦੀ ਖੁਰਾਕ ਬੜੀ ਨਿਰਮਲ ਹੁੰਦੀ ਹੈ, ਜਿਹੜੇ ਅਸਲੀ ਮਹਾਂਪੁਰਖ ਨੇ, ਉੱਚੇ ਸੁੱਚੇ ਜੀਵਨ ਵਾਲੇ, ਉਹਨਾਂ ਦੀ ਜਿਹੜੀ ਆਤਮਕ ਖੁਰਾਕ ਹੈ ਕੀਰਤਨ ਨਿਰਮੋਲਕ ਹੀਰਾ। ਉਹ ਨਾਮ ਦੇ ਮੋਤੀ ਅਤੇ ਕੀਰਤਨ ਦੇ ਹੀਰਿਆਂ ਦਾ ਚੋਗ ਚੁਗਦੇ ਨੇ। ਦੂਸਰੇ ਨੰਬਰ 'ਤੇ ਉਹਨਾਂ ਦੀ ਜਿਹੜੀ ਚਾਲ ਹੈ, ਚਾਲ ਤੋਂ ਭਾਵ ਰਹਿਤ ਮਰਜ਼ਾਦਾ, ਉਹ ਗੁਰਸਿੱਖੀ ਵਾਲੀ ਹੁੰਦੀ ਹੈ, ਤਾਂ ਕਿ ਨਿਰਮਲ ਰੀਤ। ਤੀਜੇ ਨੰਬਰ 'ਤੇ ਉਹਨਾਂ ਦਾ ਜੀਵਨ ਅੰਦਰੋਂ ਅਤੇ ਬਾਹਰੋਂ ਨਿਰਮਲ ਹੁੰਦਾ। ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਉਹਨਾਂ ਦਾ ਆਚਾਰ ਵੀ ਪਵਿੱਤਰ ਹੁੰਦਾ, ਵਿਚਾਰ ਵੀ ਪਵਿੱਤਰ ਹੁੰਦਾ। ਅਤੇ ਚੌਥਾ ਗੁਣ ਉਹਨਾਂ ਦੀ ਬਿਰਤੀ ਵਿੱਚ ਵਿਵੇਕ ਹੁੰਦਾ। ਉਹ ਸੱਚ ਝੂਠ ਦਾ ਨਿਰਣਾ ਕਰ ਦਿੰਦੇ ਨੇ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਵੱਖਰਾ ਕਰਕੇ ਦਿਖਾ ਦਿੰਦੇ ਨੇ। ਇਹ ਜਿਹਦੇ ਵਿੱਚ ਚਾਰ ਗੁਣ ਆ ਜਾਂਦੇ ਨੇ, ਫਿਰ ਉਹਨੂੰ ਹੰਸ, ਪਰਮਹੰਸ ਦਾ ਦਰਜਾ ਦਿੱਤਾ ਜਾਂਦਾ। ਹੁਣ ਇੱਥੇ ਬਾਬਾ ਫਰੀਦ ਜੀ ਦੀ ਬਾਣੀ ਵਿੱਚ ਇਹ ਸ਼ਲੋਕ ਆ ਰਹੇ ਨੇ, ਹੰਸਾਂ ਦੇਖ ਤਰੰਦੀਆਂ ਬੱਗਾਂ ਆਇਆ ਚਾਓ। ਉਹ ਹੰਸ ਪਦਾਰਥਾਂ ਦੇ ਵਿੱਚ ਰਹਿੰਦਿਆਂ ਹੋਇਆਂ, ਪਰਿਵਾਰ ਵਿੱਚ, ਸੰਸਾਰ ਵਿੱਚ ਵਿਚਰਦਿਆਂ ਹੋਇਆਂ, ਬਹੁਤ ਸਾਰੇ ਲੋਕ ਉਹਨਾਂ ਨੂੰ ਲਿਆ ਕੇ ਪਦਾਰਥ, ਮਾਇਆ, ਧਨ ਪਦਾਰਥ ਭੇਟਾ ਕਰਦੇ ਨੇ। ਉਹ ਜਿਹੜੇ ਗੁਰਮੁਖ ਵਿਅਕਤੀ ਨੇ ਹੰਸਾਂ ਵਾਂਗੂ, ਜਿਨ੍ਹਾਂ ਵਿੱਚ ਸਾਰੇ ਦੈਵੀ ਗੁਣ ਹਨ, ਅਤੇ ਫਿਰ ਉਹ ਮੋਹ ਮਾਇਆ ਵਿੱਚ ਨਿਰਲੇਪ ਰਹਿੰਦੇ ਨੇ। ਜਿੰਨੀ ਮਾਇਆ ਆਉਂਦੀ ਹੈ, ਧਨ ਆਉਂਦਾ ਹੈ, ਉਹਨੂੰ ਸੇਵਾ ਵਿੱਚ ਖਰਚ ਕਰ ਦਿੰਦੇ ਨੇ। ਗੁਰੂ ਘਰ ਦੀਆਂ ਇਮਾਰਤਾਂ ਬਣਦੀਆਂ ਨੇ, ਗੁਰੂ ਘਰ ਵਿੱਚ ਲੰਗਰ ਚੱਲਦੇ ਨੇ, ਅਤੇ ਇਸ ਤਰ੍ਹਾਂ ਉਹ ਸਾਰੀ ਮਾਇਆ ਸੇਵਾ ਵਿੱਚ ਲਾ ਦਿੰਦੇ ਨੇ। ਫਿਰ ਉਹ ਮਾਇਆ ਵਿੱਚ ਨਿਰਲੇਪ ਰਹਿੰਦੇ ਨੇ। ਜੈਸੇ ਜਲ ਮੈਂ ਕਵਲ ਨਿਰਾਲਮ ਮੁਰਗਾਈ ਨੈਸਾਣੇ, ਸੁਰਤ ਸ਼ਬਦ ਪਵ ਸਾਗਰ ਤਰੀਆ, ਨਾਨਕ ਨਾਮ ਵਖਾਣੇ। ਐਸੇ ਗੁਰਮੁਖਾਂ ਨੂੰ, ਮਹਾਂਪੁਰਖਾਂ ਨੂੰ ਦੇਖ ਕੇ ਜਿਹੜੇ ਬਗਲੇ ਪਖੰਡੀ ਨੇ, ਉਹਨਾਂ ਦੇ ਮਨ ਦੇ ਵਿੱਚ ਚਾਅ ਆਉਂਦਾ ਹੈ ਵੀ ਆਪਾਂ ਵੀ ਕੋਈ ਚਲੀਸਾ ਕੱਢ ਲਈਏ, ਕੋਈ ਆਪਾਂ ਵੀ ਡੇਰਾ ਬਣਾ ਲਈਏ, ਕੋਈ ਆਪਾਂ ਵੀ ਉਹਨਾਂ ਮਹਾਂਪੁਰਖਾਂ ਵਾਂਗੂ ਕੋਈ ਨਾ ਕੋਈ ਟਕਵੰਜ ਰਚ ਲਈਏ ਅਤੇ ਫਿਰ ਮੌਜਾਂ ਕਰਾਂਗੇ। ਫਿਰ ਉਹ ਕੋਈ ਨਾ ਕੋਈ ਚਲੀਸਾ ਕੱਢ ਕੇ ਡੇਰਾ ਬਣਾ ਕੇ ਪਖੰਡ ਰਚਾ ਲੈਂਦੇ ਨੇ। ਡੁੱਬ ਮੋਏ ਬਗ ਬੱਪੜੇ, ਜਦੋਂ ਪਦਾਰਥ ਆਉਂਦੇ ਨੇ, ਜੜ ਚੇਤਨ ਮਾਇਆ ਉਹਨਾਂ ਦੇ ਕੋਲ ਆਉਂਦੀ ਹੈ, ਉਹਨਾਂ ਦੇ ਅੰਦਰ ਤਾਂ ਭਗਤੀ ਨਹੀਂ ਹੁੰਦੀ, ਉਹਨਾਂ ਦਾ ਅੰਦਰੋਂ ਮਨ ਤੇ ਨਿਰਮਲ ਨਹੀਂ ਹੁੰਦਾ, ਅਤੇ ਉਹ ਵਿਚਾਰੇ ਜਿਹੜੇ ਬੱਪੜੇ ਤੋਂ ਭਾਵ ਹੈ ਮਾੜੇ ਕਰਮਾਂ ਵਾਲੇ, ਮਾੜੇ ਭਾਗਾਂ ਵਾਲੇ ਬਗਲੇ ਪਖੰਡੀ ਡੁੱਬ ਮੋਏ। ਫਿਰ ਉਹ ਮਾਇਆ ਦੇ ਮੋਹ ਦੇ ਵਿੱਚ ਹੀ, ਪਦਾਰਥਾਂ ਦੇ ਮੋਹ ਦੇ ਵਿੱਚ ਹੀ ਡੁੱਬ ਕੇ ਮਰ ਜਾਂਦੇ ਨੇ। ਸਿਰ ਤਲ ਉੱਪਰ ਪਾਓ, ਉਹਨਾਂ ਦਾ ਸਿਰ ਹੇਠਾਂ ਅਤੇ ਪੈਰ ਉੱਪਰ ਹੋ ਜਾਂਦੇ ਨੇ। ਇਹਦਾ ਮਤਲਬ ਇਹ ਹੈ ਵੀ ਜਿਹੜੇ ਅਸਲੀ ਮਹਾਂਪੁਰਖ ਨੇ, ਉਹਨਾਂ ਦੀ ਰੀਸ ਨਹੀਂ ਕਰਨੀ ਚਾਹੀਦੀ। ਉਹਨਾਂ ਦੇ ਕੋਲ ਰਹਿ ਕੇ ਸੇਵਾ ਕਰੋ, ਟਹਿਲ ਕਰੋ, ਸਿੱਖਿਆ ਲਵੋ, ਗੁਣ ਗ੍ਰਹਿਣ ਕਰੋ। ਅਤੇ ਜੇ ਆਪਾਂ ਉਹਨਾਂ ਦੇ ਬਰਾਬਰੀ ਕਰਨ ਲੱਗ ਪਏ, ਅਤੇ ਫਿਰ ਸਾਡੀ ਇਹ ਹਾਲਤ ਹੋਵੇਗੀ ਜਿਵੇਂ ਬਗਲੇ ਦੀ ਹੁੰਦੀ ਹੈ। ਮੈਂ ਜਾਣਿਆ ਵਡ ਹੰਸ ਹੈ, ਤਾਂ ਮੈਂ ਕੀਤਾ ਸੰਗ। ਲੋ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਇੱਕ ਕੋਈ ਪਖੰਡੀ ਸਾਧੂ ਆ ਗਿਆ, ਅਤੇ ਜਦੋਂ ਆਇਆ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੇਵਾਦਾਰਾਂ ਨੂੰ ਕਹਿਣ ਲੱਗੇ, ਭਾਈ ਇਹਨੂੰ ਜਲ ਪਾਣੀ ਛਕਾਓ, ਲੰਗਰ ਛਕਾਓ, ਇਹਦਾ ਆਸਣ ਲਵਾ ਦਿਓ। ਉਹ ਕਹਿਣ ਲੱਗਾ, ਮਹਾਰਾਜ ਮੈਂ ਤੇ ਤੁਹਾਡੇ ਕੋਲ ਹੀ ਰਹਿਣਾ, ਮੈਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਏ। ਅਤੇ ਗੁਰੂ ਮਹਾਰਾਜ ਨੇ ਕਿਹਾ, ਚਲੋ ਇਹਨੂੰ ਜਲ ਪਾਣੀ, ਲੰਗਰ ਪਾਣੀ ਛਕਾਓ। ਅਤੇ ਗੁਰੂ ਮਹਾਰਾਜ ਦੇ ਕੋਲ ਹੀ ਉਹਨੇ ਆਸਣ ਵਿਛਾ ਲਿਆ ਵੀ ਜਿਹੜਾ ਕੋਈ ਸਿੱਖ ਆਊਗਾ ਇਹਨਾਂ ਨੂੰ ਮੱਥਾ ਟੇਕੂ, ਮੈਨੂੰ ਵੀ ਨਾਲ ਹੀ ਟੇਕੂਗਾ। ਇਸ ਇੱਛਾ ਨੂੰ ਲੈ ਕੇ ਉਸ ਬਗਲੇ ਨੇ
ਉਸ ਪਰਮਹੰਸ ਬਣਾਉਣ ਵਾਲੇ ਸਤਿਗੁਰੂ ਦੇ ਕੋਲ ਆਸਣ ਲਾਇਆ। ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਇੱਕ ਸਿਮਰਨਾ ਸੀ ਜਿਹਦੇ ਨਾਲ ਉਹ ਸਿਮਰਨ ਕਰਦੇ ਸਨ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣਾ ਸਿਮਰਨਾ ਆਸਣ 'ਤੇ ਰੱਖ ਕੇ ਕੋਈ ਕਿਰਿਆ ਕਰਨ ਵਾਸਤੇ, ਟਹਿਲਣ ਵਾਸਤੇ ਇੱਧਰ ਉੱਧਰ ਚਲੇ ਗਏ। ਇਸ ਪਖੰਡੀ ਨੇ ਅੱਖ ਜੀ ਬਚਾ ਕੇ ਗੁਰੂ ਮਹਾਰਾਜ ਦਾ ਸਿਮਰਨਾ ਚੋਰੀ ਕਰ ਲਿਆ ਅਤੇ ਆਪਣੇ ਆਸਣ ਦੇ ਹੇਠਾਂ ਛੁਪਾ ਲਿਆ। ਜਦੋਂ ਗੁਰੂ ਮਹਾਰਾਜ ਆਏ, ਸੇਵਾਦਾਰਾਂ ਨੂੰ ਪੁੱਛਣ ਲੱਗੇ ਸਾਡਾ ਸਿਮਰਨਾ ਕਿੱਥੇ ਹੈ? ਕਹਿੰਦੇ ਮਹਾਰਾਜ ਇੱਥੇ ਹੀ ਹੋਣਾ ਹੈ। ਕਹਿੰਦੇ ਇੱਥੇ ਤਾਂ ਹੈ ਨਹੀਂ। ਸਾਰਾ ਬਿਸਤਰਾ ਵੀ ਝਾੜਿਆ ਅਤੇ ਸਭ ਕੁਛ ਕੀਤਾ ਪਰ ਸਿਮਰਨਾ ਨਾ ਲੱਭਿਆ। ਫਿਰ ਗੁਰਸਿੱਖਾਂ ਨੂੰ ਸ਼ੱਕ ਪਿਆ ਵੀ ਆਹ ਜਿਹੜਾ ਪਖੰਡੀ ਆਇਆ ਨਾ, ਇਹਦੀ ਮਿਹਰਬਾਨੀ ਹੈ। ਅਤੇ ਗੁਰੂ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਸਾਨੂੰ ਆਗਿਆ ਦਿਓ, ਸਾਨੂੰ ਇਹਦੇ 'ਤੇ ਸ਼ੱਕ ਹੈ, ਅਸੀਂ ਇਹਦੀ ਤਲਾਸ਼ੀ ਲੈ ਲਈਏ। ਗੁਰੂ ਮਹਾਰਾਜ ਕਹਿੰਦੇ ਭਾਈ ਸਾਧੂ ਹੈ, ਰਹਿਣ ਦਿਓ। ਕਹਿੰਦੇ ਨਹੀਂ, ਅਸੀਂ ਤਾਂ ਤਲਾਸ਼ੀ ਲੈਣੀ ਲੈਣੀ ਹੈ। ਅਤੇ ਇਹ ਵੀ ਬੈਠਾ ਬੈਠਾ ਕਹਿੰਦਾ ਤੁਸੀਂ ਮੈਨੂੰ ਚੋਰ ਸਮਝਿਆ, ਲੈ ਲਓ ਤਲਾਸ਼ੀ। ਫਿਰ ਇਹਨੇ ਆਖਿਆ ਸ਼ਾਇਦ ਆਈ ਮੇਰੇ 'ਤੇ ਯਕੀਨ ਕਰ ਲੈਣਗੇ। ਕਈ ਵਾਰੀ ਜਿਹੜੇ ਚੋਰ ਨੇ ਨਾ ਬੜੇ ਚਤਰ ਹੁੰਦੇ ਨੇ। ਜਦੋਂ ਕੋਈ ਚੋਰੀ ਹੁੰਦੀ ਹੈ ਅਤੇ ਫਿਰ ਜਿਨ੍ਹਾਂ ਦੀ ਚੋਰੀ ਹੁੰਦੀ ਉਹ ਕਹਿੰਦੇ ਵੀ ਤਲਾਸ਼ੀ ਲੈਣੀ ਹੈ। ਸਮਾਨ ਤਾਂ ਕਿਤੇ ਹੋਰ ਲੁਕਾ ਆਉਂਦੇ ਨੇ ਜਾਂ ਕਿਸੇ ਨਾਲ ਦੇ ਸਾਥੀ ਨੂੰ ਫੜਾ ਦਿੰਦੇ ਨੇ, ਤੂੰ ਲੈ ਕੇ ਕਿਧਰ ਦੌੜ ਜਾ, ਅਤੇ ਕਹਿੰਦੇ ਲੈ ਲਓ ਜੀ ਸਾਡੀ ਤਲਾਸ਼ੀ। ਹਮੇਸ਼ਾ ਚੋਰ ਆਦਮੀ ਚੋਰੀ ਆਪ ਕਰਦਾ ਅਤੇ ਫਿਰ ਉਹ ਮਾਲ ਕਿਸੇ ਗੁਪਤ ਥਾਂ 'ਤੇ ਰੱਖਦਾ, ਉੱਥੇ ਪਹੁੰਚਾ ਦਿੰਦਾ ਜਿੱਥੇ ਕੋਈ ਛੇਤੀ ਕਿਤੇ ਲੱਭ ਨਾ ਸਕੇ। ਹੁਣ ਇਹਦੇ ਆਸਣ ਦੇ ਹੇਠਾਂ ਹੀ ਸੀ, ਕੱਚਾ ਚੋਰ ਸੀ। ਅਤੇ ਜਦੋਂ ਸਿੱਖਾਂ ਨੇ ਤਲਾਸ਼ੀ ਲਈ ਇਹਦਾ ਆਸਣ ਝਾੜਿਆ ਅਤੇ ਥੱਲੋਂ ਸਿਮਰਨਾ ਨਿਕਲ ਆਇਆ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਸਿੱਖ ਕਹਿਣ ਲੱਗੇ ਮਹਾਰਾਜ ਤੁਸੀਂ ਇਹੋ ਜਿਹੇ ਪਖੰਡੀਆਂ 'ਤੇ ਯਕੀਨ ਕਿਉਂ ਕਰਦੇ ਹੋ? ਤਾਂ ਗੁਰੂ ਮਹਾਰਾਜ ਨੇ ਇਹੋ ਜਿਹੇ ਭਾਵ ਵਾਲੇ ਉੱਥੇ ਸ਼ਲੋਕ ਉਚਾਰਨ ਕੀਤੇ ਸਨ। ਇਹ ਵੀ ਉਹਦੇ ਨਾਲ ਦਾ ਹੀ ਸ਼ਲੋਕ ਹੈ। ਮੈਂ ਜਾਣਿਆ ਵੱਡ ਹੰਸ ਹੈ, ਮੈਂ ਤਾਂ ਸਮਝਿਆ ਸੀ ਕੋਈ ਵੱਡਾ ਹੰਸ ਪਰਮਹੰਸ ਹੈ, ਕੋਈ ਬ੍ਰਹਮ ਗਿਆਨੀ ਹੈ, ਕੋਈ ਸੱਚਾ ਸੰਤ ਹੈ, ਤਾਂ ਮੈਂ ਕੀਤਾ ਸੰਗ, ਤਾਂ ਹੀ ਮੈਂ ਭਾਈ ਇਹਦਾ ਸੰਗ ਕੀਤਾ ਸੀ। ਭਾਵ ਇਸ ਨੂੰ ਆਪਣੇ ਕੋਲੇ ਬਿਠਾ ਲਿਆ, ਕੋਲੇ ਆਸਣ ਲਵਾ ਲਿਆ। ਜੇ ਜਾਣਾ ਬਗ ਬਪੜਾ ਜਨਮ ਨਾ ਭੇੜੀ ਅੰਗ। ਜੇ ਮੈਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਇਹ ਵਿਚਾਰਾ ਮਾੜੇ ਭਾਗਾਂ ਵਾਲਾ ਬਗਲਾ ਹੀ ਹੈ, ਪਖੰਡੀ ਹੀ ਹੈ, ਜਨਮ ਨਾ ਭੇੜੀ ਅੰਗ, ਅਤੇ ਮੈਂ ਜਨਮ ਤੋਂ ਹੀ ਆਪਣੇ ਅੰਗ ਨੂੰ ਭੇੜੀ ਦਾ ਅਰਥ ਇਸ ਨੂੰ ਨਾ ਛੂੰਹਦਾ। ਮੈਂ ਇਹਨੂੰ ਨੇੜੇ ਨਾ ਢੁੱਕਣ ਦਿੰਦਾ, ਮੈਂ ਇਹਨੂੰ ਹੱਥ ਨਾ ਲਾਉਣ ਦਿੰਦਾ, ਮੈਂ ਇਹਨੂੰ ਟੱਚ ਨਾ ਕਰਨ ਦਿੰਦਾ। ਅਤੇ ਮੈਂ ਤਾਂ ਭੁਲੇਖੇ ਵਿੱਚ ਰਹਿ ਗਿਆ ਵੀ ਇਹ ਕੋਈ ਸੰਤ ਹੋਵੇਗਾ, ਪਰ ਨਿਕਲਿਆ ਇਹ ਬਗਲਾ। ਜੇ ਮੈਨੂੰ ਪਹਿਲਾਂ ਇਸ ਗੱਲ ਦਾ ਪਤਾ ਲੱਗ ਜਾਂਦਾ ਵੀ ਇਹ ਤਾਂ ਪਖੰਡੀ ਹੈ, ਬਗਲਾ ਭਗਤੀ ਹੈ, ਅਤੇ ਮੈਂ ਤਾਂ ਜਨਮ ਤੋਂ ਹੀ ਇਹਦਾ ਅੰਗ ਪੱਖ ਨਾ ਕਰਦਾ। ਕਿਆ ਹੰਸ ਕਿਆ ਬਗੁਲਾ ਜਾ ਕੋ ਨਦਰ ਧਰੇ। ਇਹ ਗੁਰੂ ਨਾਨਕ ਸਾਹਿਬ ਜੀ ਦਾ ਸ਼ਲੋਕ ਹੈ। ਵੈਸੇ ਤੇ ਮਹੱਲਾ ਨਹੀਂ ਆਇਆ, ਗੁਰੂ ਥੋੜ੍ਹਾ ਜਿਹਾ ਫਰਕ ਵੀ ਹੋ ਸਕਦਾ ਹੈ। ਕਿਆ ਹੰਸ ਕਿਆ ਬਗਲਾ, ਕੀ ਹੰਸ ਤੇ ਕੀ ਬਗਲਾ ਹੈ। ਹੰਸ ਤੋਂ ਭਾਵ ਜਿਸ ਦੇ ਵਿੱਚ ਵਿਸ਼ੇਸ਼ ਗੁਣ ਹੋਣ, ਅਤੇ ਬਗਲੇ ਤੋਂ ਭਾਵ ਹੈ ਪਖੰਡੀ, ਜਿਹਦੀ ਅੰਦਰਲੀ ਭਾਵਨਾ ਹੋਰ ਹੋਵੇ, ਬਾਹਰੋਂ ਕੁਛ ਹੋਰ ਬਣ ਕੇ ਦਿਖਾਵੇ। ਕੀ ਹੰਸ ਤੇ ਕੀ ਬਗਲਾ ਜਾ ਕੋ ਨਦਰ ਧਰੇ, ਜਿਸ ਉੱਤੇ ਮੇਰਾ ਵਾਹਿਗੁਰੂ ਮਿਹਰ ਦੀ ਦ੍ਰਿਸ਼ਟੀ ਧਾਰਨ ਕਰ ਦੇਵੇ। ਜੇ ਤਿਸ ਭਾਵੈ ਨਾਨਕਾ ਕਾਗਹੁ ਹੰਸ ਕਰੇ। ਕਿਸੇ ਬਗਲੇ ਨੂੰ ਹੰਸ ਬਣਾ ਦੇਣਾ, ਹੰਸ ਤੇ ਹੰਸ ਹੁੰਦਾ ਹੀ ਹੈ। ਰੱਬ ਦੇ ਘਰ ਦੇ ਵਿੱਚ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਜੇ ਤਿਸ ਭਾਵੈ ਨਾਨਕਾ, ਜੇ ਉਸ ਮਾਲਕ ਗੁਰੂ ਪਰਮੇਸ਼ਰ ਨੂੰ ਭਾ ਜਾਵੇ, ਕਾਗੋ ਹੰਸ ਕਰੇ, ਉਹ ਤੇ ਕਾਵਾਂ ਨੂੰ ਵੀ ਹੰਸ ਬਣਾ ਸਕਦਾ ਹੈ। ਇੱਕ ਸਾਖੀ ਆਉਂਦੀ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਸੇ ਨਗਰ ਵਿੱਚ ਜਾ ਕੇ ਰੁਕੇ। ਇੱਕ ਪ੍ਰੇਮੀ ਆਇਆ, ਉਹ ਆ ਕੇ ਕਹਿਣ ਲੱਗਾ ਮਹਾਰਾਜ ਮੈਨੂੰ ਇਹ ਦੱਸੋ ਜਿਹੜੇ ਪੂਰਨ ਮਹਾਂਪੁਰਖ ਨੇ ਉਹਨਾਂ ਦੇ ਦਰਸ਼ਨ ਕਰਨ ਦਾ, ਸੰਗਤ ਕਰਨ ਦਾ ਕੀ ਫਲ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਅੰਮ੍ਰਿਤ ਵੇਲੇ ਉੱਠ ਕੇ ਸਾਡੇ ਦਰਸ਼ਨ ਕਰੀ ਅਤੇ ਫਿਰ ਉੱਤਰ ਦਿਸ਼ਾ ਵੱਲ ਚਲਿਆ ਜਾਵੀਂ।
ਜਿਸ ਪਾਸੇ ਪਹਾੜ ਨੇ। ਕਹਿੰਦਾ ਮਹਾਰਾਜ ਠੀਕ ਹੈ। ਸਵੇਰੇ ਉੱਠਿਆ, ਇਸ਼ਨਾਨ ਕੀਤਾ, ਗੁਰੂ ਦੇ ਦਰਸ਼ਨ ਕੀਤੇ, ਉੱਤਰ ਦਿਸ਼ਾ ਵੱਲ ਚਲਿਆ ਗਿਆ। ਤੁਰਿਆ ਜਾਂਦਾ ਹੈ, ਇੱਕ ਅੱਗੇ ਬਿਰਸ਼ ਆ ਜਾਂਦਾ ਹੈ, ਉਹਦੇ ਹੇਠਾਂ ਬੈਠ ਜਾਂਦਾ ਹੈ। ਉੱਪਰ ਨਿਗਾਹ ਮਾਰਦਾ ਹੈ, ਉੱਥੇ ਕਾਵਾਂ ਦਾ ਜੋੜਾ ਨਰ ਤੇ ਮਦੀਨ ਉਹ ਬੈਠੇ ਨੇ, ਅਤੇ ਇਹਦੇ ਦੇਖਦਿਆਂ ਦੇਖਦਿਆਂ ਉਹਨਾਂ ਦੇ ਰੰਗ ਚਿੱਟੇ ਹੋ ਗਏ, ਬਗਲਿਆਂ ਵਾਂਗੂ ਪ੍ਰਤੀਤ ਹੋਣ ਲੱਗ ਪਏ। ਇਸ ਕੌਤਕ ਨੂੰ ਦੇਖ ਕੇ ਵਾਪਸ ਮੁੜਿਆ। ਫਿਰ ਆ ਕੇ ਸਤਿਗੁਰੂ ਨੂੰ ਕਹਿਣ ਲੱਗਾ, ਮਹਾਰਾਜ ਮੈਨੂੰ ਦੱਸੋ ਪੂਰਨ ਮਹਾਂਪੁਰਖਾਂ ਦੀ ਸੰਗਤ ਕਰਨ ਦਾ ਫਲ ਕੀ ਹੁੰਦਾ? ਗੁਰੂ ਮਹਾਰਾਜ ਕਹਿੰਦੇ ਤੈਨੂੰ ਕੋਈ ਹਾਲੇ ਜਵਾਬ ਨਹੀਂ ਮਿਲਿਆ? ਕਹਿੰਦਾ ਮਹਾਰਾਜ ਜਵਾਬ ਤੇ ਕੋਈ ਨਹੀਂ ਮਿਲਿਆ, ਪਰ ਮੈਂ ਕੱਲ੍ਹ ਜਦੋਂ ਉੱਤਰ ਦਿਸ਼ਾ ਵੱਲ ਗਿਆ ਸੀ, ਉੱਥੇ ਕਾਵਾਂ ਦਾ ਜੋੜਾ ਸੀ, ਉਹ ਚਿੱਟੇ ਹੋ ਗਏ ਸਨ। ਕਹਿੰਦੇ ਫਿਰ ਉੱਥੇ ਹੀ ਜਾ। ਦੂਜੇ ਦਿਨ ਫਿਰ ਉੱਥੇ ਭੇਜਿਆ। ਜਦੋਂ ਦੂਜੇ ਦਿਨ ਉੱਥੇ ਗਿਆ, ਉਹੀ ਜਿਹੜੇ ਨਰ ਤੇ ਮਦੀਨ ਪੰਛੀ ਸਨ, ਪਹਿਲਾਂ ਕਾਂ ਸਨ, ਫਿਰ ਬਗਲੇ ਬਣ ਗਏ, ਅਤੇ ਅੱਜ ਉਹ ਹੰਸ ਬਣ ਗਏ ਨੇ। ਉਹਨਾਂ ਦਾ ਆਚਾਰ ਤੇ ਵਿਚਾਰ ਵੀ ਪਵਿੱਤਰ ਹੋ ਗਿਆ। ਫਿਰ ਵਾਪਸ ਮੁੜ ਕੇ ਆਇਆ। ਸਤਿਗੁਰੂ ਕਹਿਣ ਲੱਗੇ ਕੋਈ ਮਿਲਿਆ ਜਵਾਬ? ਕਹਿੰਦਾ ਮਹਾਰਾਜ ਜਵਾਬ ਤੇ ਕੋਈ ਨਹੀਂ ਮਿਲਿਆ, ਪਰ ਉਹੀ ਪੰਛੀ ਨਰ ਤੇ ਮਦੀਨ ਪਹਿਲਾਂ ਕਾਂ ਸੀ, ਫਿਰ ਬਗਲੇ ਬਣ ਗਏ, ਅਤੇ ਅੱਜ ਉਹ ਹੰਸ ਬਣ ਗਏ ਨੇ। ਸਤਿਗੁਰੂ ਕਹਿੰਦੇ ਇੱਕ ਵਾਰੀ ਫੇਰ ਜਾ। ਜਦੋਂ ਤੀਜੀ ਵਾਰੀ ਗਿਆ, ਅਤੇ ਉਹੀ ਜਿਹੜੇ ਨਰ ਤੇ ਮਦੀਨ ਪੰਛੀ ਸਨ, ਅਤੇ ਉਹ ਦੇਵਤੇ ਬਣ ਗਏ। ਉਹਨਾਂ ਨੂੰ ਦੇਵ ਸਰੀਰ ਪ੍ਰਾਪਤ ਹੋ ਗਏ, ਅਤੇ ਉਹਨਾਂ ਨੇ ਆ ਕੇ ਉਹਦੇ ਅੱਗੇ ਚਰਨਾਂ 'ਤੇ ਮੱਥਾ ਟੇਕਿਆ। ਕਹਿਣ ਲੱਗੇ ਗੁਰਮੁਖਾ ਤੂੰ ਸਤਿਗੁਰੂ ਦੇ ਦਰਸ਼ਨ ਕੀਤੇ। ਗੁਰੂ ਨਾਨਕ ਸਾਹਿਬ ਆ ਪਰਮੇਸ਼ਰ ਰੂਪ ਹਨ, ਤੂੰ ਉਹਨਾਂ ਦੇ ਦਰਸ਼ਨ ਕਰਕੇ ਆਇਆ ਹੈ। ਤੇਰੇ ਦਰਸ਼ਨ ਕਰਕੇ ਪਹਿਲਾਂ ਅਸੀਂ ਕਾਂ ਸੀ ਨਰ ਤੇ ਮਦੀਨ, ਅਤੇ ਅਸੀਂ ਬਗਲੇ ਬਣ ਗਏ, ਅਤੇ ਫਿਰ ਦੂਜੇ ਦਿਨ ਦਰਸ਼ਨ ਕਰਕੇ ਅਸੀਂ ਹੰਸ ਬਣ ਗਏ। ਅੱਜ ਤੀਜੇ ਦਿਨ ਤੇਰੇ ਦਰਸ਼ਨ ਕਰਕੇ ਸਾਨੂੰ ਦੇਵ ਦੇਹੀ ਪ੍ਰਾਪਤ ਹੋ ਗਈ ਹੈ। ਬਲਿਹਾਰੀ ਗੋਰੇ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਹੁਣ ਅਸੀਂ ਬੈਕੁੰਠ ਨੂੰ ਜਾ ਰਹੇ ਹਾਂ। ਇਹ ਜਦੋਂ ਸਾਰੀਆਂ ਗੱਲਾਂ ਸੁਣੀਆਂ, ਅਤੇ ਇਹ ਆਦਮੀ ਹੈਰਾਨ ਹੋ ਗਿਆ। ਆ ਕੇ ਸਤਿਗੁਰੂ ਨੂੰ ਕਹਿਣ ਲੱਗਾ ਮਹਾਰਾਜ ਮੇਰੀ ਤਸੱਲੀ ਹੋ ਗਈ ਹੈ। ਮਹਾਂਪੁਰਖਾਂ ਦੀ ਸੰਗਤ ਕਰਨ ਦਾ ਕੀ ਲਾਭ ਹੁੰਦਾ? ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਇਹ ਸ਼ਲੋਕ ਹੈ ਵੀ ਜੇ ਵਾਹਿਗੁਰੂ ਮਿਹਰ ਦੀ ਨਿਗਾਹ ਕਰ ਦੇਵੇ, ਜੀ ਉਸ ਨੂੰ ਪਾ ਜਾਵੇ, ਉਹ ਤੇ ਕਾਂ ਨੂੰ ਵੀ ਹੰਸ ਬਣਾ ਦਿੰਦਾ। ਅੰਤਰੀ ਭਾਵ ਇਹ ਹੈ, ਕਾਂ ਉਹ ਹੈ ਜਿਹੜਾ ਅੰਦਰੋਂ ਤੇ ਬਾਹਰੋਂ ਕਾਲਾ ਹੋਵੇ। ਬਗਲਾ ਉਹ ਹੈ ਜਿਹੜਾ ਅੰਦਰੋਂ ਕਾਲਾ ਤੇ ਉੱਤੋਂ ਚਿੱਟਾ ਹੋਵੇ। ਹੰਸ ਉਹ ਹੁੰਦਾ ਜਿਹੜਾ ਅੰਦਰੋਂ ਵੀ ਚਿੱਟਾ ਤੇ ਬਾਹਰੋਂ ਵੀ ਚਿੱਟਾ ਹੋਵੇ, ਅੰਦਰੋਂ ਵੀ ਨਿਰਮਲ ਤੇ ਬਾਹਰੋਂ ਵੀ ਨਿਰਮਲ ਹੋਵੇ। ਕਾਂ ਤੋਂ ਭਾਵ ਹੈ ਜਿਹੜੇ ਜਿਨ੍ਹਾਂ ਦਾ ਆਚਾਰ ਤੇ ਵਿਚਾਰ ਵੀ ਮੈਲਾ ਹੁੰਦਾ। ਬਗਲੇ ਤੋਂ ਭਾਵ ਹੈ ਜਿਹੜੇ ਪਖੰਡੀ, ਜਿਨ ਮਨ ਹੋਰ ਮੁਖ ਹੋਰ। ਹੰਸ ਤੋਂ ਭਾਵ ਹੈ ਉਹ ਗੁਰਮੁਖ ਜਿਨ੍ਹਾਂ ਦਾ ਜੀਵਨ ਅੰਦਰੋਂ ਤੇ ਬਾਹਰੋਂ ਨਿਰਮਲ ਹੋ ਗਿਆ। ਬਈ ਜੇ ਸਤਿਗੁਰੂ ਨੂੰ ਪਾ ਜਾਵੇ, ਕਿਸੇ ਬਗਲੇ ਨੂੰ ਸੱਜਣ ਠੱਗ ਵਰਗੇ ਨੂੰ ਸੰਤ ਬਣਾ ਦੇਣਾ, ਸੱਜਣ ਬਣਾ ਦੇਣਾ ਕੋਈ ਵੱਡੀ ਗੱਲ ਨਹੀਂ। ਜੇ ਉਹਨਾਂ ਦੀ ਮਿਹਰ ਦੀ ਦ੍ਰਿਸ਼ਟੀ ਹੋ ਜਾਵੇ, ਉਹ ਤੇ ਕਾਂ ਵਾਂਗੂ ਜਿਹੜੇ ਵਿਕਾਰੀ ਪਾਪੀ ਬੰਦੇ ਨੇ, ਉਹਨਾਂ ਨੂੰ ਵੀ ਹੰਸ ਸੰਤ ਬਣਾ ਸਕਦੇ ਹਨ। ਸਰਵਰ ਪੰਖੀ ਹੇਕੜੋ ਫਾਹੀ ਵਾਲ 50। ਲਓ ਹੁਣ ਅੱਗੇ ਬਾਬਾ ਫਰੀਦ ਜੀ ਕਹਿੰਦੇ ਨੇ ਇਹ ਜਿਹੜਾ ਸੰਸਾਰ ਹੈ ਇਹ ਇੱਕ ਸਰੋਵਰ ਹੈ। ਇਹਦੇ ਉੱਤੇ ਇਹ ਪੰਛੀ, ਹੇਕੜੋ ਦਾ ਅਰਥ ਹੈ ਇਕੱਲਾ ਹੀ ਵਿਚਾਰਾ, ਇਸ ਸਰੋਵਰ ਦੇ ਕੰਢੇ 'ਤੇ ਬੈਠਾ ਹੈ। ਫਾਹੀ ਵਾਲ 50, ਤੇ ਇਹਨੂੰ ਫਾਹੀ ਪਾਉਣ ਵਾਲੇ 50 ਸ਼ਿਕਾਰੀ ਇਹਦੇ ਮਗਰ ਲੱਗੇ ਹੋਏ ਹਨ। ਇਹੋ ਤਨ ਲਹਿਰੀ ਗੱਡ ਥਿਆ, ਸੱਚੇ ਤੇਰੀ ਆਸ। ਇਹ ਸੱਚੇ ਵਾਹਿਗੁਰੂ, ਇਹ ਜਿਹੜਾ ਪੰਛੀ ਦਾ ਤਨ ਹੈ ਲਹਿਰੀ ਗੱਡ ਥਿਆ, ਇਹ ਤੇ ਲਹਿਰਾਂ ਦੇ ਵਿੱਚ ਡੁੱਬ ਗਿਆ ਹੈ। ਇਸ ਸਰੋਵਰ ਦੀਆਂ ਲਹਿਰਾਂ ਦੇ ਵਿੱਚ, ਤਲਾਬ ਦੀਆਂ ਲਹਿਰਾਂ ਦੇ ਵਿੱਚ ਮਿਲ ਗਿਆ ਹੈ, ਡੁੱਬ ਗਿਆ ਹੈ। ਹੇ ਸੱਚੇ ਵਾਹਿਗੁਰੂ, ਹੁਣ ਤੇਰੀ ਆਸ ਹੈ, ਤੂੰ ਇਸ ਨੂੰ ਬਚਾ ਸਕਦਾ ਹੈ, ਤੇ ਇੱਥੋਂ ਬਿਨਾਂ ਹੋਰ ਕੋਈ ਬਚਾਉਣ ਵਾਲਾ ਨਹੀਂ ਹੈ। ਇਸੇ ਤਰ੍ਹਾਂ ਇਹ ਸੰਸਾਰ ਸਰੋਵਰ ਹੈ, ਪੰਛੀ ਜੀਵ ਹੈ। ਇਹ ਸੰਸਾਰ ਰੂਪੀ ਸਰੋਵਰ 'ਤੇ ਪੰਛੀ ਇਕੱਲਾ ਹੀ ਹੈ, ਇਹ ਜੀਵ ਇਕੱਲਾ ਹੀ ਰਹਿੰਦਾ ਹੈ।
ਫਾਹੀ ਵਾਲ 50 ਵੀ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵਿਕਾਰ ਨੇ, ਅਥਵਾ 5 ਗਿਆਨ ਇੰਦਰੀਏ 5 ਕਰਮ ਇੰਦਰੀਏ ਮਨ ਬੁੱਧ ਚਿੱਤ ਹੰਕਾਰ ਅੰਤਹਿਕਰਨ, ਇਹ ਜਿਹੜੇ 14 ਨੇ, 14 ਹੀ ਇਹਨਾਂ ਦੇ ਅਧਿਆਕਸ਼ ਦੇਵਤੇ ਨੇ ਤੇ 14 ਹੀ ਇਹਨਾਂ ਦੇ ਵਿਸ਼ੇ ਨੇ। ਤੇ ਬਾਕੀ ਕਾਮ ਕ੍ਰੋਧ ਆਦਿਕ ਤੇ ਵਿਸ਼ੇ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ 50 ਇਸ ਨੂੰ ਫਾਹੀ ਪਾਉਣ ਵਾਲੇ ਸ਼ਿਕਾਰੀ ਇਹਦੇ ਮਗਰ ਲੱਗੇ ਹੋਏ ਹਨ। ਇਹੋ ਤਨ ਲਹਿਰੀ ਗੱਡ ਥਿਆ ਸੱਚੇ ਤੇਰੀ ਆਸ। ਇਸ ਜੀਵ ਰੂਪ ਪੰਛੀ ਦਾ ਤਨ ਸਰੀਰ ਆ ਜਿਹੜੇ ਵਿਸ਼ੇ ਵਿਕਾਰਾਂ ਦੀਆਂ ਵਾਸ਼ਨਾਵਾਂ ਨੇ, ਇਹਨਾਂ ਦੀਆਂ ਲਹਿਰਾਂ ਦੇ ਵਿੱਚ ਗੱਡ ਥਿਆ, ਇਹ ਵਿੱਚ ਇਹ ਰਲ ਗੱਡ ਹੋਇਆ ਫਿਰਦਾ, ਵਿੱਚ ਹੀ ਡੁੱਬ ਗਿਆ ਹੈ। ਸੱਚੇ ਤੇਰੀ ਆਸ, ਸੱਚੇ ਵਾਹਿਗੁਰੂ ਹੁਣ ਤੇਰੀ ਆਸ ਹੈ, ਤੇਰੇ ਤੋਂ ਉਮੀਦ ਹੈ, ਤੂੰ ਹੀ ਇਸ ਜੀਵ ਰੂਪ ਪੰਛੀ ਨੂੰ ਬਚਾ ਸਕਦਾ ਹੈ। ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ। ਲੋ ਬਾਬਾ ਫਰੀਦ ਜੀ ਦੇ ਕੋਲੇ ਬੀਬੀਆਂ ਆਈਆਂ ਤੇ ਇੱਕ ਦਾ ਨਵਾਂ ਵਿਆਹ ਵੀ ਹੋਇਆ ਸੀ। ਉਸਨੇ ਆ ਕੇ ਬਾਬਾ ਫਰੀਦ ਜੀ ਨੂੰ ਆਖਿਆ, ਬਾਬਾ ਜੀ ਤੁਸੀਂ ਮੈਨੂੰ ਕੋਈ ਇਹੋ ਜਿਹਾ ਜਾਦੂ ਟੂਣਾ ਕਰਕੇ ਦਿਓ, ਕੋਈ ਇਹੋ ਜਿਹਾ ਮੰਤਰ ਮੈਨੂੰ ਦੱਸੋ, ਕੋਈ ਇਹੋ ਜਿਹਾ ਵੇਸ ਭੇਖ ਮੈਨੂੰ ਦੱਸੋ ਜਿਸ ਨੂੰ ਧਾਰਨ ਕਰਕੇ ਮੈਂ ਪਤੀ ਨੂੰ ਵਸ ਕਰ ਲਵਾਂ। ਬਹੁਤ ਸਾਰੀਆਂ ਮਾਈਆਂ ਬੀਬੀਆਂ ਆਪਣੇ ਪਤੀ ਨੂੰ ਵਸ ਕਰਨ ਦੇ ਵਾਸਤੇ ਜਾਦੂ ਟੂਣੇ ਜੰਤਰ ਮੰਤਰ ਕਰਦੀਆਂ ਨੇ। ਮਹਾਂਪੁਰਖ ਬਚਨ ਕਰਦੇ ਸਨ, ਕਈ ਤਾਂ ਸੁਹਾਗ ਤੋਂ ਵੀ ਹੱਥ ਧੋ ਬੈਠਦੀਆਂ ਨੇ। ਜਾਦੂ ਟੂਣੇ ਕਰਕੇ ਉਹਨਾਂ ਦੇ ਪਤੀ ਕਮਲੇ ਹੋ ਜਾਂਦੇ ਨੇ, ਕਮਲਾ ਕਰ ਛੱਡਦੀਆਂ ਨੇ ਤੇ ਕਈ ਵਿਚਾਰੇ ਮਰ ਵੀ ਜਾਂਦੇ ਨੇ। ਇਸ ਤਰ੍ਹਾਂ ਦੀਆਂ ਇਸਤਰੀਆਂ ਨੇ। ਪਰ ਬਾਬਾ ਫਰੀਦ ਜੀ ਕੋਲ ਜਦੋਂ ਉਹ ਬੀਬੀਆਂ ਆਈਆਂ ਤੇ ਕਹਿੰਦੀਆਂ ਵੀ ਸਾਨੂੰ ਮਹਾਰਾਜ ਕੋਈ ਨਾ ਕੋਈ ਉਹ ਗੁਣ, ਉਹ ਮੰਤਰ, ਉਹ ਵੇਸ ਦੱਸੋ ਜਿਹਦੇ ਨਾਲ ਪਤੀ ਵਸ ਵਿੱਚ ਆ ਜਾਵੇ। ਲੋੜ ਸਵਾਲ ਕਰਦੀਆਂ ਨੇ, ਅੱਗੇ ਉਹਨਾਂ ਦਾ ਜਵਾਬ ਆਵੇਗਾ ਕਵਣ ਸੋ ਅੱਖਰ, ਉਹ ਕਿਹੜੇ ਅੱਖਰ ਨੇ, ਤੇ ਕਵਨ ਗੁਣ, ਉਹ ਕਿਹੜਾ ਗੁਣ ਹੈ। ਗੁਣ ਤੋਂ ਭਾਵ ਹੈ ਟੂਣਾ, ਅੱਖਰ ਤੋਂ ਭਾਵ ਹੈ ਜੰਤਰ ਤਬੀਤ। ਕੁਝ ਲਿਖ ਕੇ ਕਿਸੇ ਨੂੰ ਦੇ ਦੇਣਾ ਵੀ ਇਹਨੂੰ ਮੜ ਕੇ ਤਬੀਤ ਵਿੱਚ ਗਲ ਵਿੱਚ ਪਾ ਲਈ ਜਾਂ ਬਾਂਹ ਤੇ ਡੌਲੇ ਤੇ ਬੰਨ੍ਹ ਲਵੀਂ। ਇਸ ਤਰ੍ਹਾਂ ਦੇ ਲੋਕ ਪਖੰਡ ਕਰਦੇ ਨੇ। ਉਹ ਕਿਹੜਾ ਅੱਖਰ ਜੰਤਰ ਹੈ, ਉਹ ਕਿਹੜਾ ਗੁਣ ਦਾ ਅਰਥ ਟੂਣਾ ਹੈ, ਤੇ ਕਿਹੜਾ ਉਹ ਮਣੀਆਂ ਸ਼੍ਰੋਮਣੀ ਮੰਤਰ ਹੈ। ਕਵਣ ਸੋ ਵੇਸੋ ਹੋਂ ਕਰੀ ਜਿਤ ਵਸ ਆਵੈ ਕੰਤ। ਉਹ ਕਿਹੜਾ ਸੋਹਣਾ ਲਿਬਾਸ ਹੈ ਜਿਸ ਨੂੰ ਧਾਰਨ ਕਰਾਂ ਤੇ ਮੇਰਾ ਪਤੀ ਮੇਰੇ ਵਸ ਵਿੱਚ ਆ ਜਾਵੇ। ਨਿਵਣ ਸੋ ਅੱਖਰ ਖਵਣ ਗੁਣ ਜਿਹਵਾ ਮਣੀਆਂ ਮੰਤ। ਲੋ ਜਿੰਨੀਆਂ ਗੁਰਸਿੱਖ ਬੀਬੀਆਂ ਨੇ ਉਹਨਾਂ ਨੂੰ ਆ ਬਾਬਾ ਫਰੀਦ ਜੀ ਦੀ ਸਿੱਖਿਆ ਪੱਲੇ ਬੰਨਣੀ ਚਾਹੀਦੀ ਹੈ। ਜਿਹੜੀਆਂ ਚਾਹੁੰਦੀਆਂ ਨੇ ਅਸੀਂ ਆਪਣੇ ਪਤੀ ਨੂੰ ਵਸ ਕਰ ਲਈਏ, ਆ ਸਿੱਖਿਆ ਧਾਰਨ ਕਰਨ। ਬਾਬਾ ਫਰੀਦ ਜੀ ਕਹਿੰਦੇ ਨੇ ਨਿਵਣ ਸੋ ਅੱਖਰ, ਭਾਈ ਤੁਸੀਂ ਨਿਮਰਤਾ ਧਾਰਨ ਕਰੋ, ਹਲੀਮੀ ਧਾਰਨ ਕਰੋ। ਇਹ ਅੱਖਰ ਜੰਤਰ ਹੈ, ਤਬੀਤ ਹੈ। ਖਵਨ ਗੁਣ, ਤੇ ਜਿਹੜਾ ਸਹਿਨਸ਼ੀਲਤਾ ਰੱਖਣੀ ਹੈ। ਜੇ ਪਤੀ ਕੌੜਾ ਕਸੈਲਾ ਸ਼ਬਦ ਵੀ ਬੋਲ ਦੇਵੇ ਤੇ ਉਹਨੂੰ ਸਹਿਨ ਕਰਨਾ, ਗੁੱਸਾ ਨਹੀਂ ਕਰਨਾ। ਇਹ ਗੁਣ ਦਾ ਅਰਥ ਟੂਣਾ ਹੈ। ਜਿਹਬਾ ਮਣੀਆਂ ਮੰਤ, ਆਪਣੀ ਜ਼ੁਬਾਨ ਤੋਂ ਮਿੱਠੇ ਬੋਲ ਬੋਲਣੇ, ਇਹੀ ਮੋਹਣੀ ਮੰਤਰ ਹੈ। ਏ ਤ੍ਰੈ ਭੈਣੈ ਵੇਸ ਕਰ ਤਾਂ ਵਸ ਆਵੀ ਕੰਤ। ਐ ਭੈਣੇ ਤੂੰ ਇਹ 3 ਵੇਸ ਧਾਰਨ ਕਰ ਲੈ, 3 ਤਰ੍ਹਾਂ ਦੇ ਵੇਸ ਧਾਰਨ ਕਰ ਲੈ ਤਾਂ ਵਸ ਆਵੀ ਕੰਤ, ਤੇਰਾ ਪਤੀ ਦੁਨਿਆਵੀ ਪਤੀ ਵੀ ਤੇਰੇ ਵਸ ਵਿੱਚ ਆ ਜਾਵੇਗਾ। ਅਸਲੀ ਜਿਹੜਾ ਪਤੀ ਪਰਮੇਸ਼ਰ ਹੈ, ਜੀਵ ਇਸਤਰੀ ਹੈ, ਤੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਮਿਲਣਾ। ਲੋ ਬਾਬਾ ਫਰੀਦ ਜੀ ਦੀ ਸਿੱਖਿਆ ਉਹਨਾਂ ਜਗਿਆਸੂਆਂ ਨੂੰ ਵੀ ਹੈ। ਨਿਵਣ ਸੋ ਅੱਖਰ, ਵੀ ਗੁਰੂ ਘਰ ਦੇ ਵਿੱਚ, ਰੱਬ ਦੇ ਘਰ ਦੇ ਵਿੱਚ ਨਿਮਰਤਾ ਦਾ ਮੁੱਲ ਪੈਂਦਾ। ਕਿਸੇ ਸਿਆਣੇ ਪੁਰਸ਼ ਨੇ ਬੜੀ ਸੁੰਦਰ ਗੱਲ ਆਖੀ ਹੈ, ਵਿਦਵਾਨ ਹੋ ਜਾਣਾ ਸਿੱਖੀ ਵਿੱਚ ਕੋਈ ਵੱਡੀ ਗੱਲ ਨਹੀਂ।
ਕਈ ਆ ਜਿਹੜੇ ਕਾਮਰੇਡ ਨੇ, ਬੜੇ ਪੜ੍ਹੇ ਲਿਖੇ ਨੇ, ਉਹ ਗੁਰਬਾਣੀ 'ਤੇ ਤਰਕਾਂ ਹੀ ਕਰੀ ਜਾਂਦੇ ਨੇ, ਅੰਮ੍ਰਿਤ 'ਤੇ ਕਿੰਤੂ ਪ੍ਰੰਤੂ ਕਰੀ ਜਾਂਦੇ ਨੇ, ਬਾਣੀ 'ਤੇ ਸ਼ੰਕਾ ਕਰੀ ਜਾਂਦੇ ਨੇ, ਬੜਾ ਕੁਛ ਉਹ ਦੁਬਦਾ ਖੜੀ ਕਰਦੇ ਨੇ। ਲਓ, ਬਾਬਾ ਫਰੀਦ ਜੀ ਕਹਿੰਦੇ ਨੇ ਬਈ ਤੁਸੀਂ ਜੇ ਵਾਹਿਗੁਰੂ ਨੂੰ ਵਸ ਕਰਨਾ ਹੈ ਨਾ, ਤੇ ਫਿਰ ਆਹ ਗੁਣ ਧਾਰਨ ਕਰੋ। ਹਲੀਮੀ, ਨਿਮਰਤਾ, ਇਹ ਅੱਖਰ ਜੰਤਰ ਦੇ ਅੱਖਰ ਨੇ, ਇਹ ਤਬੀਤ ਹੈ। ਖਵਨ ਗੁਣ, ਤੇ ਜਿਹੜਾ ਖਿਮਾ ਗੁਣ ਨੂੰ ਧਾਰਨ ਕਰਨਾ ਹੈ। ਜੇ ਕੋਈ ਸਾਡੀ ਸ਼ਾਨ ਦੇ ਖਿਲਾਫ ਬੋਲ ਦੇਵੇ ਤੇ ਉਹਨੂੰ ਮਾफ़ ਕਰ ਦੇਣਾ, ਮਨ ਵਿੱਚ ਗੁੱਸਾ ਨਹੀਂ ਪੈਦਾ ਹੋਣ ਦੇਣਾ, ਇਹਨੂੰ ਖਵਨ ਕਹਿੰਦੇ ਨੇ। ਸਹਿਨਸ਼ੀਲਤਾ, ਬਰਦਾਸ਼ਤ ਦਾ ਮਾਦਾ ਧਾਰਨ ਕਰਨਾ ਚਾਹੀਦਾ। ਜੇ ਬਾ ਮਣੀਆਂ ਮੰਤ, ਆਪਣੀ ਜ਼ੁਬਾਨ ਤੋਂ ਮਣੀਆਂ ਮੰਤ, ਸ਼੍ਰੋਮਣੀ ਮੰਤਰ ਕਿਹੜਾ ਹੈ? ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਕੋਈ। ਵਾਹਿਗੁਰੂ ਮੰਤਰ ਦਾ ਜਾਪ ਕਰੋ ਭੈਣੇ, ਇਹ 3 ਤਰ੍ਹਾਂ ਦੇ ਵੇਸ ਧਾਰਨ ਕਰ ਲੈ, ਤਾਂ ਆ ਪਤੀ ਕੀ ਪਰਮੇਸ਼ਰ ਪਤੀ ਵੀ ਤੇਰੇ ਵਸ ਵਿੱਚ ਆ ਜਾਵੇਗਾ। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ। ਲੋ, ਵਾਹਿਗੁਰੂ ਦਾ ਭਗਤ ਕਿਹੋ ਜਿਹਾ ਹੋਣਾ ਚਾਹੀਦਾ? ਆਰਤ ਭਗਤ, ਅਰਥਾ ਅਰਥੀ ਭਗਤ, ਪ੍ਰੇਮੀ ਭਗਤ, ਗਿਆਨੀ ਭਗਤ, 4 ਪ੍ਰਕਾਰ ਦੇ ਹੁੰਦੇ ਨੇ। ਹੁਣ ਭਗਤ ਕਿਹੋ ਜਿਹਾ ਹੋਣਾ ਚਾਹੀਦਾ? ਮਤ ਹੁੰਦੀ ਹੋਏ ਇਹ ਆਣਾ, ਬੁੱਧੀ ਹੁੰਦਿਆਂ ਹੋਇਆਂ, ਸਿਆਣਾ ਹੁੰਦਿਆਂ ਹੋਇਆਂ ਜਣਾਵੇ ਨਾ, ਇਹ ਆਣਾ ਬਣ ਕੇ ਰਵੇ, ਭੋਲਾ ਭਾਲਾ ਹੋ ਕੇ ਰਵੇ। ਇਹ ਅਸਲੀ ਗੁਰਸਿੱਖਾਂ ਦੀ, ਬੰਦਗੀ ਕਰਨ ਵਾਲੇ ਗੁਰਮੁਖਾਂ ਦੀ ਨਿਸ਼ਾਨੀ ਹੈ। ਮਤ ਹੁੰਦੀ ਹੋਇਆਂ, ਚੰਗੀ ਅਕਲ ਹੁੰਦੀ ਹੋਇਆਂ, ਸਾਰੀ ਗੱਲ ਨੂੰ ਸਮਝਦਿਆਂ ਹੋਇਆਂ, ਤੇ ਫਿਰ ਵੀ ਜਣਾਉਣਾ ਨਹੀਂ। ਇਹ ਆਣਾ ਤੋਂ ਭਾਵ ਹੈ ਜਿਵੇਂ ਛੋਟੇ ਬੱਚੇ ਹੁੰਦੇ ਨੇ, ਨਿਆਣਿਆਂ ਵਾਂਗੂ ਨਾਦਾਨ ਬਣ ਕੇ ਰਹਿਣਾ ਚਾਹੀਦਾ। ਤਾਣ ਹੁੰਦੇ ਹੋਏ ਨਿਤਾਣਾ, ਤੇ ਤਾਣ ਦਾ ਅਰਥ ਹੈ ਬਲਦੇ ਹੁੰਦਿਆਂ ਹੋਇਆਂ, ਤੇ ਨਿਤਾਣਾ ਬਣ ਕੇ ਰਹਿਣਾ ਹੈ। ਇਹ ਭਗਤਾਂ ਦੇ ਗੁਣ ਨੇ, ਇਹ ਗੁਰਮੁਖਾਂ ਦੇ ਗੁਣ ਨੇ, ਇਹ ਸੰਤਾਂ ਦੇ ਗੁਣ ਨੇ। ਆਤਮ ਵਿਸ਼ੈਣੀ ਬੁੱਧੀ ਹੁੰਦਿਆਂ ਹੋਇਆਂ ਤੇ ਉਹ ਇਆਣੇ ਬਣ ਕੇ ਰਹਿੰਦੇ ਨੇ, ਅਣਜਾਣ ਬਣ ਕੇ ਵਿਚਰਦੇ ਨੇ, ਤੇ ਬਲਦੇ ਹੁੰਦਿਆਂ ਹੋਇਆਂ ਤੇ ਨਤਾਣੇ ਹੋ ਕੇ ਰਹਿੰਦੇ ਹਨ। ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਅਣ ਹੁੰਦੇ ਦਾ ਅਰਥ ਹੈ ਜੇ ਆਪਣੇ ਕੋਲੇ ਕੁਛ ਵੀ ਨਾ ਹੋਵੇ ਤੇ ਆਪ ਵੰਡਾਏ, ਤੇ ਆਪਣੇ ਆਪ ਨੂੰ ਵੰਡਾ ਦੇਵੇ। ਇਹਦਾ ਮਤਲਬ ਇਹ ਹੈ, ਇਹ ਭਗਤ ਦੇ ਗੁਣ ਨੇ। ਜੋ ਵੀ ਕੁਝ ਉਹਦੇ ਕੋਲ ਹੈ ਨਾ, ਉਹਨੂੰ ਵੰਡ ਕੇ ਛਕੇ, ਵੰਡਾਏ। ਜੇ ਤੁਹਾਡੇ ਕੋਲ ਧਨ ਹੈ, ਪਦਾਰਥ ਹੈ, ਉਹਨੂੰ ਵੰਡ ਕੇ ਛਕੋ। ਜੇ ਤੁਹਾਡੇ ਕੋਲ ਕੁਛ ਵੀ ਨਹੀਂ, ਤੇ ਤੁਸੀਂ ਆਪਣੇ ਸਰੀਰ ਨੂੰ ਸੇਵਾ ਦੇ ਵਿੱਚ ਲਾ ਦਿਓ, ਆਪਣੇ ਆਪ ਨੂੰ ਵੰਡ ਦਿਓ। ਅਥਵਾ ਅਣਹੋਂਦੇ ਆਪ ਵੰਡਾਏ, ਜੇ ਤੁਹਾਡੇ ਕੋਲ ਕੁਛ ਵੀ ਨਾ ਹੋਵੇ, ਆਪਣੀ ਹੋਂਦ ਨੂੰ ਗਵਾ ਦਿਓ ਤੇ ਆਪਣੇ ਹੰਕਾਰ ਨੂੰ ਵੰਡ ਦਿਓ, ਹੰਕਾਰ ਛੱਡ ਦਿਓ। ਕੋਈ ਐਸਾ ਭਗਤ ਸਦਾਏ, ਕੋਈ ਇਹੋ ਜਿਹਾ ਮਹਾਂਪੁਰਖ ਹੋਵੇ, ਉਹ ਰੱਬ ਦਾ ਭਗਤ ਸਦਵਾ ਸਕਦਾ ਹੈ। ਇੱਕ ਫਿੱਕਾ ਨਾ ਗਾ ਲਾਏ, ਸਭ ਨਾਮੈ ਸੱਚਾ ਧਣੀ। ਲੋ, ਆ ਵੀ ਸੰਤ ਦੇ ਗੁਣ ਨੇ, ਇਹ ਵੀ ਭਗਤ ਦੇ ਗੁਣ ਨੇ। ਫਿੱਕਾ ਨਾ ਗਾ ਲਾਏ, ਕਿਸੇ ਨੂੰ ਫਿੱਕਾ ਬਚਨ ਨਾ ਬੋਲੇ। ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ, ਨਾਨਕ ਫਿੱਕਾ ਬੋਲੇ ਹੈ, ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸਦੀ ਹੈ, ਫਿੱਕੇ ਫਿੱਕੀ ਸੋਏ। ਫਿੱਕਾ ਦਰਗ ਹੈ ਸੱਟੀਐ, ਮੋਹ ਥੁੱਕਾ ਫਿੱਕੇ ਪਾਹੇ। ਫਿੱਕਾ ਮੂਰਖ ਆਖੀਆ, ਪਾਣਾ ਲਹਿ ਸਜਾਏ। ਫਿੱਕਾ ਬੋਲਣ ਦੇ ਨਾਲ ਲੜਾਈ ਪੈਂਦੀ ਹੈ, ਝਗੜਾ ਵੱਧਦਾ ਹੈ। ਇਸੇ ਲਈ ਬਾਬਾ ਫਰੀਦ ਜੀ ਕਹਿੰਦੇ ਨੇ, ਇੱਕ ਫਿੱਕਾ ਨਾ ਗਾ ਲਾਏ, ਇੱਕ ਵੀ ਬਚਨ ਫਿੱਕਾ ਨਾ ਬੋਲੋ। ਸਭਨਾ ਮੈਂ ਸੱਚਾ ਧਨੀ, ਕਿਉਂ ਸਾਰਿਆਂ ਵਿੱਚ ਸੱਚਾ ਮਾਲਕ ਵਾਹਿਗੁਰੂ ਵਸ ਰਿਹਾ ਹੈ। ਜੇ ਆਪਾਂ ਕਿਸੇ ਨੂੰ ਫਿੱਕਾ ਬੋਲਾਂਗੇ, ਉਹਦੇ ਦਿਲ ਨੂੰ ਠੇਸ ਲੱਗਦੀ ਹੈ, ਤੇ ਦਿਲ ਦੇ ਵਿੱਚ ਪਰਮਾਤਮਾ ਬੈਠਾ। ਦਿਲ ਮੈਂ ਖੋਜ ਦਿਲੈ, ਦਿਲ ਖੋਜੋ ਇਹੀ ਠੌਰ ਮਕਾਮਾ। ਵਸੀ ਰੱਬ ਹਿਆਲੀਆ, ਜੰਗਲ ਕਿਆ ਢੂੰਡੇ। ਜਦੋਂ ਆਪਾਂ ਕਿਸੇ ਦਾ ਦਿਲ ਦਿਖਾਉਂਦੇ ਹਾਂ ਫਿੱਕਾ ਬੋਲ ਕੇ, ਤੇ ਉਹਦੇ ਦਿਲ ਨੂੰ ਠੇਸ ਲੱਗਦੀ ਹੈ। ਦਿਲ ਵਿੱਚ ਪਰਮਾਤਮਾ ਬੈਠਾ, ਉਹਨੂੰ ਵੀ ਉਸ ਦੀ ਸੱਟ ਪਹੁੰਚ ਜਾਂਦੀ ਹੈ।
ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ। ਜਦੋਂ ਕੋਈ ਸੰਤਾਂ ਨੂੰ ਦੁੱਖ ਦਿੰਦਾ ਹੈ, ਉਹਨਾਂ ਨੂੰ ਫਿੱਕੇ ਬਚਨ ਬੋਲਦਾ ਤੇ ਪਰਮੇਸ਼ਰ ਦਾ ਮਨ ਵੀ ਦੁਖੀ ਹੋ ਜਾਂਦਾ ਹੈ। ਜੇ ਕਿਸੇ ਦੇ ਪੁੱਤਰ ਨੂੰ ਕੋਈ ਗਾਲਾਂ ਕੱਢੇ ਨਾ, ਪਿਤਾ ਨੂੰ ਵੀ ਉਹਦਾ ਦੁੱਖ ਪਹੁੰਚਦਾ। ਇਸੇ ਲਈ ਬਾਬਾ ਫਰੀਦ ਜੀ ਕਹਿੰਦੇ ਨੇ, ਭਾਈ ਇੱਕ ਵੀ ਫਿੱਕਾ ਬਚਨ ਨਾ ਬੋਲੋ, ਸਾਰਿਆਂ ਵਿੱਚ ਸੱਚਾ ਤਨੀ ਮਾਲਕ ਵਸ ਰਿਹਾ, ਇਹ ਸਮਝੋ। ਹਿਆਉ ਨਾ ਕਹਿੀ ਠਾਹੇ ਮਾਣਕ ਸਭ ਅਮੋਲ ਵੇ। ਹਿਆਉ ਨਾ ਕਹਿੀ ਠਾਹੇ, ਹਿਆਉ ਦਾ ਅਰਥ ਹੈ ਹਿਰਦਾ, ਵੀ ਕਿਸੇ ਦੇ ਹਿਰਦੇ ਨੂੰ ਢਾਓ ਨਾ। ਠਾਹੇ ਦਾ ਅਰਥ ਹੁੰਦਾ ਵੀ ਢਾਉਣਾ। ਕਿਸੇ ਦੇ ਦਿਲ ਨੂੰ ਠੇਸ ਨਾ ਪਹੁੰਚਾਓ। ਮਾਣਕ ਸਭ ਅਮੋਲ ਵੇ, ਜਿੰਨੇ ਹਿਰਦੇ ਨੇ, ਜਿੰਨੇ ਦਿਲ ਨੇ, ਇਹ ਮਾਣਕ ਤੋਂ ਭਾਵ ਹੈ ਅਮੋਲਵੇ ਦਾ ਅਰਥ ਬਹੁਤ ਅਮੋਲਕ, ਬੇਸ਼ਕੀਮਤੀ ਸਾਰੇ ਮਾਣਕ ਸੁੱਚੇ ਮੋਤੀਆਂ ਵਾਂਗ ਨੇ। ਤੁਸੀਂ ਇਹਨਾਂ ਨੂੰ ਨਾ ਤੋੜੋ, ਇਹਨੇ ਸੁੱਚੇ ਮੋਤੀਆਂ ਦਾ ਨਿਰਾਦਰ ਨਾ ਕਰੋ। ਜਿੰਨੇ ਦਿਲ ਨੇ, ਜਿਨ੍ਹਾਂ ਵਿੱਚ ਰੱਬ ਵਸਦਾ ਹੈ, ਉਹ ਸੁੱਚੇ ਮੋਤੀਆਂ ਵਾਂਗ ਹੁੰਦੇ ਨੇ। ਉਹਨਾਂ ਨੂੰ ਢਾਉਣਾ ਨਹੀਂ ਚਾਹੀਦਾ, ਕਿਸੇ ਦੇ ਵੀ ਦਿਲ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ। ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ। ਉਸੇ ਪ੍ਰਕਾਰ ਨੂੰ ਲੈ ਕੇ ਫਿਰ ਬਾਬਾ ਫਰੀਦ ਜੀ ਫਰਮਾਉਂਦੇ ਨੇ, ਕੀ ਕਹਿੰਦੇ ਨੇ, ਸਭਨਾ ਮਨ ਮਾਣਕ, ਸਾਰਿਆਂ ਦੇ ਮਨ ਮਾਣਕ ਸੁੱਚੇ ਮੋਤੀ ਵਾਂਗ ਨੇ। ਠਾਹਣ ਮੂਲ ਮਚਾਂਗਵਾ, ਕਿਸੇ ਦੇ ਮਨ ਨੂੰ, ਠਾਹਣ ਦਾ ਅਰਥ ਹੈ ਢਾਉਣਾ, ਕਿਸੇ ਦੇ ਦਿਲ ਨੂੰ ਦਿਖਾਉਣਾ। ਮੂਲੋਂ ਹੀ ਮਚਾਂਗਵਾ ਚੰਗਾ ਨਹੀਂ ਹੈ। ਜਿਹੜਾ ਮੰਮਾ ਲੱਗਿਆ ਨਾ, ਇਹ ਨਿਸ਼ੇਧੀ ਦੇ ਵਿੱਚ ਲਾਇਆ ਗਿਆ ਹੈ। ਮਚਾਂਗਵਾ ਦਾ ਭਾਵ ਹੈ ਚੰਗਾ ਨਹੀਂ ਹੈ। ਕਿਸੇ ਦੇ ਮਨ ਨੂੰ ਢਾਉਣਾ ਬਿਲਕੁਲ ਚੰਗਾ ਨਹੀਂ ਹੈ। ਜੇ ਤੋ ਪਿਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ। ਲੋ ਬਾਬਾ ਫਰੀਦ ਜੀ ਦੀ ਅੰਤਮ ਸਿੱਖਿਆ ਇਹ ਹੈ, ਹੇ ਪਿਆਰੇ, ਜੇ ਤੈਨੂੰ ਪਿਰਿਆ ਪਤੀ ਪਰਮੇਸ਼ਰ ਦੀ ਸਿੱਖ ਹੈ, ਤਾਂਗ ਹੈ, ਤੂੰ ਉਸ ਨੂੰ ਮਿਲਣਾ ਚਾਹੁੰਦਾ, ਹਿਆਉ ਨਾ ਠਾਹੇ ਕਹੀਂਦਾ। ਫਿਰ ਕਿਸੇ ਦਾ ਵੀ, ਹਿਆਉ ਦਾ ਅਰਥ ਹੈ ਹਿਰਦਾ, ਕਿਸੇ ਦਾ ਹਿਰਦਾ ਨਾ ਢਾ, ਕਿਸੇ ਦਾ ਦਿਲ ਨਾ ਦੁਖਾ, ਕਿਸੇ ਨੂੰ ਪਰੇਸ਼ਾਨ ਨਾ ਕਰ। ਕਿਉਂ? ਸਾਰਿਆਂ ਵਿੱਚ ਹੀ ਰੱਬ ਵਸਦਾ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਧਰਨ ਮਾਹੀ ਆਕਾਸ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਜਮੀਨ ਤੂੰ ਹੀ, ਜਮਾਂ ਤੂੰ ਹੀ, ਮਕੀਨ ਤੂੰ ਹੀ, ਮਕਾਨ ਤੂੰ ਹੀ, ਜਲਸ ਤੂੰ ਹੀ, ਥਲਸ ਤੂੰ ਹੀ, ਨਿਦਸ ਤੂੰ ਹੀ, ਨਦਸ ਤੂੰ ਹੀ। ਸਾਰਿਆਂ ਵਿੱਚ ਰੱਬ ਵਸਦਾ। ਚੀਟੀ ਤੇ ਕੁੰਚਰ ਆਸੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਕੀੜੀ ਤੋਂ ਲੈ ਕੇ ਹਾਥੀ ਤੱਕ ਜਿੰਨੇ ਵੀ ਛੋਟੇ ਵੱਡੇ ਜੀਵ ਨੇ, ਸਾਰਿਆਂ ਵਿੱਚ ਹੀ ਰੱਬ ਵਸਦਾ। ਇਸੇ ਲਈ ਬਾਬਾ ਫਰੀਦ ਜੀ ਕਹਿੰਦੇ ਨੇ, ਜੇ ਤੈਨੂੰ ਵੀ ਉਸ ਪਤੀ ਪਿਆਰੇ ਦੀ ਸਿੱਖ ਹੈ, ਉਹਦੇ ਮਿਲਣ ਦੀ ਤਾਂਘ ਹੈ, ਫਿਰ ਕਿਸੇ ਦਾ ਦਿਲ ਨਾ ਢਾ, ਕਿਸੇ ਦੇ ਦਿਲ ਨੂੰ ਨਾ ਦੁਖਾ। ਇਹ ਸਿੱਖਿਆ ਬਾਬਾ ਫਰੀਦ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਅਤੇ ਜੇ ਆਪਾਂ ਇਸ ਉਪਦੇਸ਼ ਨੂੰ ਕਿਣਕਾ ਏਕ ਜਸ ਜੀ ਬਸਾਵੇ, ਇਹ ਕਿਣਕਾ ਮਾਤਰ ਵੀ ਜੇ ਆਪਾਂ ਭਗਤ ਜੀ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਲਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਦਾ ਹੁਕਮ ਵੀ ਇਹੀ ਹੈ, ਸੁਣ ਉਪਦੇਸ਼ ਹਿਰਦੈ ਵਸਾਵਹੁ, ਮਨ ਇੱਛੇ ਨਾਨਕ ਫਲ ਪਾਓ। ਉਪਦੇਸ਼ ਨੂੰ ਸੁਣ ਕੇ ਹਿਰਦੇ ਵਿੱਚ ਵਸਾਉਣਾ ਚਾਹੀਦਾ। ਇਹ ਨਾ ਹੋਵੇ ਸੁਣ ਕੇ ਪੱਲੇ ਝਾੜ ਕੇ ਉੱਠ ਜਾਈਏ, ਕੁਛ ਵੀ ਗ੍ਰਹਿਣ ਨਾ ਕਰੀਏ, ਕੁਛ ਵੀ ਪੱਲੇ ਬੰਨ੍ਹ ਕੇ ਨਾ ਲੈ ਜਾਈਏ। ਫਿਰ ਸੰਗਤ ਵਿੱਚ ਆਉਣ ਦਾ, ਗੁਰਦੁਆਰੇ ਆਉਣ ਦਾ ਕੋਈ ਲਾਭ ਨਹੀਂ ਹੈ। ਇਹ ਉਪਦੇਸ਼ ਬਾਬਾ ਫਰੀਦ ਜੀ ਨੇ ਬਖਸ਼ਿਸ਼ ਕੀਤਾ। 130 ਸ਼ਲੋਕ ਸਨ ਜਿਨ੍ਹਾਂ ਦੀ ਅੱਜ ਸੰਪੂਰਨਤਾ ਹੋਈ ਹੈ। ਸਤਿਗੁਰੂ ਮਿਹਰ ਕਰਨ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ। ਜੇ ਤੋ ਪਿਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।